ਵੈਲਕਮ ਟੂ ਮਾਈ ਚੈਨਲ ਲਰਨਿੰਗ ਜੰਕਸ਼ਨ। ਹਾਂਜੀ, ਅੱਜ ਦੀ ਵੀਡੀਓ ਦੇ ਵਿੱਚ ਆਪਾਂ ਐਂਗਲੋ ਸਿੱਖ ਵਰਡਸ ਦੇ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ MCQs ਬਣਦੇ ਨੇ ਉਹ ਸਾਰੇ ਡਿਸਕਸ ਕਰਾਂਗੇ। ਪਹਿਲਾ ਐਂਗਲੋ ਸਿੱਖ ਯੁੱਧ ਅਤੇ ਦੂਜਾ ਐਂਗਲੋ ਸਿੱਖ ਯੁੱਧ ਦੋਨਾਂ ਦੇ ਨਾਲ ਰਿਲੇਟਡ ਕਾਫੀ MCQs ਹੁੰਦੇ ਨੇ। ज़्यादातर ਅਸੀਂ ਜਦੋਂ ਮਿਕਸਡ MCQs ਕਰਦੇ ਹਾਂ ਤਾਂ ਉਹਦੇ ਵਿੱਚ ਅਸੀਂ 4-5 ਕੁਐਸਚਨ ਹੀ ਮੇਨ ਕਰਦੇ ਹਾਂ ਕਿ ਪਹਿਲਾ ਜਿਹੜਾ ਐਂਗਲੋ ਸਿੱਖ ਵਾਰ ਉਹ ਕਦੋਂ ਹੋਇਆ, ਦੂਜਾ ਕਦੋਂ ਹੋਇਆ, ਜਾਂ 1-2 ਕੁਐਸਚਨ ਹੋਰ ਹੁੰਦੇ ਨੇ। ਪਰ ਡੀਪਲੀ ਇਹਨਾਂ ਦੇ ਵਿੱਚ ਜੇ ਅਸੀਂ ਕੁਐਸਚਨ ਕਰੀਏ ਤਾਂ ਕਾਫੀ ਸਾਡੇ ਇੰਪੋਰਟੈਂਟ ਕੁਐਸਚਨ ਬਣਦੇ ਨੇ ਜੋ ਜ਼ਿਆਦਾਤਰ ਐਗਜ਼ਾਮਸ ਦੇ ਵਿੱਚ ਪੁੱਟ ਕੀਤੇ ਜਾਂਦੇ ਨੇ। ਤਾਂ ਹੁਣ ਸਾਨੂੰ ਨੋਰਮਲੀ ਅਸੀਂ ਪੇਪਰ ਚੱਕ ਲਈਏ ਪਿੱਛੇ ਜੇ ਹੁਣ ਜਿੰਨੇ ਵੀ 4-5 ਮੰਥ ਦੇ ਵਿੱਚ ਹੋਏ ਨੇ ਕਿ ਉਹਨਾਂ ਦੇ ਵਿੱਚ ਨੋਰਮਲ ਉੱਪਰੋਂ ਕੁਐਸਚਨ ਨਾ ਪੁੱਛ ਕੇ ਡੀਪਲੀ ਕੁਐਸਚਨ ਪੁੱਛੇ ਜਾਂਦੇ ਨੇ। ਤਾਂ ਕੋਈ ਵੀ ਟੌਪਿਕ ਅਸੀਂ ਚੱਕਦੇ ਹਾਂ ਤਾਂ ਸਾਨੂੰ ਉਹਨਾਂ ਦੇ ਨੋਰਮਲ ਜੇ ਕੁਐਸਚਨ ਤਾਂ ਕਰਨੇ ਚਾਹੀਦੇ ਨੇ, ਨਹੀਂ ਹੈਗਾ ਉਹਨਾਂ ਨੂੰ ਛੱਡ ਦੇਣਾ ਚਾਹੀਦਾ। ਕਿਉਂਕਿ ਕਈ ਵਾਰ ਇਹ ਹੁੰਦਾ ਕਿ ਅਸੀਂ ਡੀਪ ਜ਼ਿਆਦਾ ਪੜ੍ਹ ਲੈਂਦੇ ਹਾਂ ਤਾਂ ਜਿਹੜੇ ਨੋਰਮਲ ਹੁੰਦੇ ਨੇ ਉਹ ਅਸੀਂ ਗਲਤ ਕਰ ਦਿੰਦੇ ਹਾਂ। ਤਾਂ ਜੋ ਨੋਰਮਲ ਅਸੀਂ ਪੜ੍ਹਦੇ ਹਾਂ ਉਹ ਤਾਂ ਕਰਨੇ ਹੀ ਕਰਨੇ ਨੇ, ਤਾਂ ਡੀਪਲੀ ਕੁਐਸਚਨ ਸਾਡੇ ਨਾਲ ਕਰਨੇ ਬਹੁਤ ਹੀ ਜ਼ਿਆਦਾ ਜ਼ਰੂਰੀ ਬਣ ਜਾਂਦੇ ਨੇ। ਤਾਂ ਇਹ ਟੌਪਿਕ ਅੱਜ ਆਪਾਂ ਪੂਰਾ ਕਵਰ ਕਰ ਲਾਂਗੇ ਜਿੰਨੇ ਵੀ ਇੰਪੋਰਟੈਂਟ ਕੁਐਸਚਨ ਬਣਦੇ ਨੇ ਐਂਗਲੋ ਸਿੱਖ ਵਰਡਸ ਦੇ ਨਾਲ। ਤਾਂ ਜਦੋਂ ਵੀ ਅਸੀਂ ਟੌਪਿਕ ਵਾਈਜ਼ ਸਟੱਡੀ ਕਰਦੇ ਹਾਂ ਨਾ ਤਾਂ ਉਹਦੇ ਵਿੱਚ ਕੀ ਹੁੰਦਾ, ਸਾਡੀ ਇੱਕ ਤਰ੍ਹਾਂ ਦੀ ਥਿਊਰੀ ਹੀ ਕਵਰ ਹੁੰਦੀ ਆ। ਮਿਕਸਡ MCQs ਦੇ ਵਿੱਚ ਕੀ ਹੁੰਦਾ, ਆਪਾਂ ਹਰ ਟੌਪਿਕ ਦੇ ਵਿੱਚ 1 ਜਾਂ 2 ਕੁਐਸਚਨ ਚੱਕਦੇ ਹਾਂ। ਪਰ ਟੌਪਿਕ ਦੇ ਵਿੱਚ ਕੀ ਹੁੰਦਾ ਕਿ ਇੱਕ ਟੌਪਿਕ ਨਾਲ ਰਿਲੇਟਡ ਜਿੰਨੇ ਵੀ MCQs ਬਣਦੇ ਨੇ, ਜਦੋਂ ਤੁਹਾਡੇ ਲਈ ਜੇ ਕੰਟੈਂਟ ਆਪਾਂ ਬਣਾਉਣੇ ਆ ਤਾਂ ਉਹਦਾ ਮੇਨ ਇੱਦਾਂ ਹੀ ਹੁੰਦਾ ਕਿ ਥਿਊਰੀ ਜਦੋਂ ਕੋਈ ਵੀ ਟੌਪਿਕ ਚੱਕਦੇ ਆ ਤਾਂ ਉਹਦੀ ਜੋ ਵੀ ਪੜ੍ਹਦੇ ਆ ਜਿੱਥੋਂ ਜਿਹੜਾ ਕੁਐਸਚਨ ਬਣਦਾ ਉਹ ਤੁਹਾਡੇ ਲਈ ਰੈਡੀ ਕੀਤਾ ਜਾਂਦਾ। ਤਾਂ ਜਦੋਂ ਤੁਸੀਂ ਇੱਕ ਟੌਪਿਕ ਦੀ ਪੂਰੇ ਟੌਪਿਕ ਦੇ MCQs ਕਰ ਲਓਗੇ ਤਾਂ ਉਹ ਤੁਹਾਡੀ ਟੌਪਿਕ ਦੀ ਪੂਰੀ ਇੱਕ ਤਰ੍ਹਾਂ ਨਾਲ ਥਿਊਰੀ ਹੀ ਕਵਰ ਹੋ ਜਾਂਦੀ ਆ। ਠੀਕ ਹੈ, ਉਹਦੇ ਵਿੱਚੋਂ ਤੁਹਾਡਾ ਕੋਈ ਹੀ ਕੁਐਸਚਨ ਆ ਜੋ ਰਹਿ ਜਾਂਦਾ ਉਹ ਤੁਹਾਨੂੰ ਐਕਸਟਰਾ ਫੈਕਟਸ ਦੇ ਵਿੱਚ ਆਪਾਂ ਦੱਸ ਦਿੰਦੇ ਹਾਂ। ਤਾਂ ਚਲੋ ਆਪਾਂ ਸਟਾਰਟ ਕਰਦੇ ਹਾਂ ਪਹਿਲੇ ਕੁਐਸਚਨ ਤੋਂ। ਪਹਿਲੇ ਐਂਗਲੋ ਸਿੱਖ ਯੁੱਧ ਵਿੱਚ ਕੁੱਲ ਕਿੰਨੀਆਂ ਜੰਗਾਂ ਹੋਈਆਂ ਸਨ? ਜਿਹੜਾ ਫਸਟ ਐਂਗਲੋ ਸਿੱਖ ਵਾਰ ਹੋਇਆ ਸੀ ਉਹਦੇ ਵਿੱਚ ਟੋਟਲ ਕਿੰਨੀਆਂ ਲੜਾਈਆਂ ਹੋਈਆਂ ਸੀਗੀਆਂ? 4, 6, 5 ਜਾਂ ਫਿਰ 7? ਪਹਿਲੇ ਐਂਗਲੋ ਸਿੱਖ ਯੁੱਧ ਦੇ ਵਿੱਚ ਟੋਟਲ 5 ਲੜਾਈਆਂ ਹੋਈਆਂ ਸੀ। ਠੀਕ ਹੈ ਜੀ, ਯਾਦ ਰੱਖਣਾ ਟੋਟਲ 5 ਜੰਗਾਂ ਹੋਈਆਂ ਸੀਗੀਆਂ। ਕਿਹੜੀਆਂ ਹੋਈਆਂ ਸੀ ਉਹ ਆਪਾਂ ਨਾਲ ਅੱਗੇ ਕੁਐਸਚਨ ਕਰਦੇ ਹਾਂ ਤੇ ਡਿਸਕਸ ਕਰਦੇ ਹਾਂ। ਇਹਨਾਂ ਵਿੱਚੋਂ ਕਿਹੜੀ ਜੰਗ ਪਹਿਲੇ ਐਂਗਲੋ ਸਿੱਖ ਯੁੱਧ ਨਾਲ ਸੰਬੰਧਿਤ ਨਹੀਂ ਹੈ? ਹੁਣ ਦੇਖੋ ਅਸੀਂ ਕਦੋਂ ਦੱਸ ਸਕਦੇ ਹਾਂ, ਜਦੋਂ ਸਾਨੂੰ ਪਹਿਲੇ ਐਂਗਲੋ ਸਿੱਖ ਯੁੱਧ ਦੀਆਂ ਸਾਰੀਆਂ ਲੜਾਈਆਂ ਦਾ ਪਤਾ ਹੋਏਗਾ ਕਿ ਜਿਹੜੀ ਹੈਗੀ ਆ ਉਹ ਹੈਗੀ ਆ, ਜਿਹੜੀ ਨਹੀਂ ਹੈਗੀ ਉਹ ਇਹਦੇ ਨਾਲ ਰਿਲੇਟਡ ਨਹੀਂ ਹੋਏਗੀ। ਦੇਖੋ ਕਿਹੜੀਆਂ ਲੜਾਈਆਂ ਨੇ, ਨੋਟ ਡਾਊਨ ਵੀ ਕਰ ਲਓ ਤੁਸੀਂ ਨਾਲ ਇੱਕ ਨੋਟਬੁੱਕ ਐਂਡ ਪੈਨ ਨਾਲ ਲੈ ਲਓ ਕਿਉਂਕਿ ਇਹਦੇ ਵਿੱਚ ਜਿਹੜੇ ਕੁਐਸਚਨ ਨੇ ਤੁਹਾਨੂੰ ਉਹ ਤੁਸੀਂ ਨੋਟ ਕਰ ਲਿਓ ਕਿਉਂਕਿ ਕੁਐਸਚਨ ਇਹ ਇੱਕ ਵਾਰੀ ਪੜ੍ਹ ਕੇ ਤੁਹਾਨੂੰ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਕਮੀ ਰਹਿ ਜਾਂਦੀ ਆ ਤਾਂ ਜਾਂ ਦੁਬਾਰਾ ਵੀਡੀਓ ਦੇਖਣ ਤੋਂ ਵਧੀਆ ਤੁਸੀਂ ਉਹਨੂੰ ਨੋਟ ਡਾਊਨ ਕਰ ਲਓ ਕਿਉਂਕਿ ਨਾਲ ਤੁਸੀਂ ਵੀਡੀਓ ਦੇਖੀ ਜਾਓ ਅਤੇ ਨਾਲ ਤੁਸੀਂ ਲਿਖੀ ਜਾਓ, ਤੁਹਾਨੂੰ ਯਾਦ ਵੀ ਹੋ ਜਾਏਗਾ ਅਤੇ ਜਦੋਂ ਵੀ ਤੁਹਾਨੂੰ ਇੱਕ ਵਾਰੀ ਲੋੜ ਪਏਗੀ ਤਾਂ ਤੁਸੀਂ ਉਹਨੂੰ ਦੇਖ ਸਕੋ। ਇਹ ਜ਼ਰੂਰੀ ਹੈ ਇਹ ਟੌਪਿਕ ਦੇ ਲਈ ਨੋਟਬੁੱਕ 'ਤੇ ਪੈਨ ਲੈਣਾ ਕਿਉਂਕਿ ਲਿਖਣਾ ਜ਼ਰੂਰੀ ਆ ਤੁਹਾਡੇ ਲਈ। ਦੇਖੋ ਪਹਿਲਾਂ ਜਿਹੜੀ ਵੀ ਐਂਗਲੋ ਸਿੱਖ ਯੁੱਧ ਦੇ ਵਿੱਚ ਲੜਾਈਆਂ ਹੋਈਆਂ ਸੀ ਉਹ ਕਿਹੜੀਆਂ ਸੀਗੀਆਂ, ਨੋਟ ਕਰ ਲਓ। ਦੇਖੋ ਮੁਦਕੀ ਦੀ ਲੜਾਈ, ਫਿਰੋਜ਼ ਸ਼ਹਿਰ ਦੀ ਲੜਾਈ, ਬੱਦੋਵਾਲ ਦੀ ਲੜਾਈ, ਆਲੀਵਾਲ ਦੀ ਲੜਾਈ ਅਤੇ ਸੁਭਰਾਓ ਦੀ ਲੜਾਈ। ਇਹ 5 ਲੜਾਈਆਂ ਹੋਈਆਂ ਸੀ। ਇਹਨਾਂ ਨੂੰ ਤੁਸੀਂ ਸੀਕੁਐਂਸ 'ਚ ਯਾਦ ਕਰਿਓ ਕਿਉਂਕਿ ਦੇਖੋ ਇਹਦੇ ਨਾਲ ਰਿਲੇਟਡ ਜਿੰਨੇ ਵੀ ਕੁਐਸਚਨ ਬਣਦੇ ਨੇ ਫਿਰ ਆਪਾਂ ਨੂੰ ਯਾਦ ਕਰਨੇ ਬਹੁਤ ਆਸਾਨ ਰਹਿਣਗੇ ਜੇਕਰ ਆਪਾਂ ਇਹਨਾਂ ਨੂੰ ਸੀਕੁਐਂਸ 'ਚ ਯਾਦ ਰੱਖਾਂਗੇ। ਮੁਦਕੀ, ਫਿਰੋਜ਼ ਸ਼ਹਿਰ, ਬੱਦੋਵਾਲ, ਆਲੀਵਾਲ ਐਂਡ ਸੁਭਰਾਓ ਇਹ ਹੈਗੀਆਂ ਨੇ ਪਹਿਲੇ ਐਂਗਲੋ ਸਿੱਖ ਵਾਰ ਦੀਆਂ 5 ਲੜਾਈਆਂ। ਹੁਣ ਦੇਖੋ ਇਹਦੇ ਵਿੱਚ ਮੁਦਕੀ ਹੈਗੀ ਆ, ਫਿਰੋਜ਼ ਸ਼ਹਿਰ ਹੈਗਾ ਅਤੇ ਆਲੀਵਾਲ ਹੈਗਾ। ਠੀਕ ਹੈ, ਇਸ ਤੋਂ ਬਾਅਦ ਇੱਕ ਬੱਦੋਵਾਲ ਰਹਿ ਗਿਆ ਆਪਣੇ ਕੋਲ ਐਂਡ ਇੱਕ ਸੁਭਰਾਓ ਰਹਿ ਗਿਆ। ਤਾਂ ਹੁਣ ਇਹਦੇ ਵਿੱਚੋਂ ਕਿਹੜੀ ਆ ਗਈ ਜਿਹੜੀ ਨਹੀਂ ਸੰਬੰਧਿਤ ਹੈਗੀ? ਗੁਜਰਾਤ ਦੀ ਜੰਗ। ਪਹਿਲਾ ਐਂਗਲੋ ਸਿੱਖ ਯੁੱਧ ਕਦੋਂ ਹੋਇਆ? 1844-45, 1845-46, 46-47 ਜਾਂ ਫਿਰ 1847-48? ਦੇਖੋ ਇਹ ਤਾਂ ਨੋਰਮਲ ਹਰੇਕ ਆਪਾਂ ਕੁਐਸਚਨ ਕਰਦੇ ਹਾਂ ਐਂਗਲੋ ਸਿੱਖ ਵਾਰ ਨਾਲ ਰਿਲੇਟਡ ਜਦੋਂ ਵੀ ਆਪਾਂ ਪੜ੍ਹਦੇ ਹਾਂ ਕੁਐਸਚਨ ਤਾਂ ਕਦੋਂ ਹੋਇਆ ਇਹ? 45-46 ਦੇ ਵਿੱਚ ਹੋਇਆ। ਠੀਕ ਹੈ, ਯਾਦ ਰੱਖਣਾ ਇਹਨੂੰ 1845-46 ਦੇ ਵਿੱਚ ਪਹਿਲਾ ਸਿੱਖ ਯੁੱਧ ਹੋਇਆ। ਪਹਿਲੇ ਐਂਗਲੋ ਸਿੱਖ ਯੁੱਧ ਦੀਆਂ ਕਿੰਨੀਆਂ ਲੜਾਈਆਂ 1845 ਵਿੱਚ ਹੋਈਆਂ? ਹੁਣ ਦੇਖੋ ਅਸੀਂ ਇਹ ਤਾਂ ਪੜ੍ਹ ਲੈਂਦੇ ਹਾਂ ਕਿ ਯੁੱਧ ਜਿਹੜਾ 45-46 'ਚ ਹੋਇਆ।
ਹੁਣ ਦੇਖੋ ਉਹਦੀਆਂ ਅੱਧੀਆਂ ਲੜਾਈਆਂ 45 'ਚ ਹੋਈਆਂ ਨੇ ਤੇ ਅੱਧੀਆਂ ਲੜਾਈਆਂ 46 'ਚ ਹੋਈਆਂ ਨੇ। ਕਿੰਨੀਆਂ 45 'ਚ ਹੋਈਆਂ ਨੇ, ਕਿੰਨੀਆਂ 46 'ਚ ਹੋਈਆਂ ਨੇ, ਇਹ ਅਸੀਂ ਯਾਦ ਰੱਖਣੇ। ਅਸੀਂ ਨਹੀਂ ਦੇਖਦੇ ਤਾਂ ਫਿਰ ਅਸੀਂ ਕਨਫਿਊਜ਼ ਹੋ ਜਾਂਦੇ ਹਾਂ। ਤਾਂ 2 ਲੜਾਈਆਂ ਨੇ 5 ਦੇ ਵਿੱਚੋਂ, 2 ਲੜਾਈਆਂ ਨੇ ਜਿਹੜੀਆਂ ਉਹ 45 ਦੇ ਵਿੱਚ ਹੋਈਆਂ ਨੇ। ਠੀਕ ਹੈ ਜੀ। ਹੁਣ ਦੇਖੋ ਤੁਹਾਨੂੰ ਮੈਂ ਸੀਕੁਐਂਸ ਯਾਦ ਰੱਖਣ ਲਈ ਇਸ ਲਈ ਕਿਹਾ ਤਾਂ ਕਿ ਤੁਹਾਨੂੰ, ਹੁਣ ਦੇਖੋ ਤੁਸੀਂ ਪਹਿਲਾਂ ਮੰਨ ਲਓ ਪਹਿਲਾਂ ਮੁਦਕੀ ਪੜ੍ਹ ਲਈ, ਫਿਰ ਸੁਭਰਾਓ ਪੜ੍ਹ ਲਈ, ਤਾਂ ਫਿਰ ਉਹ ਚੰਗੇ ਤਰੀਕੇ ਨਾਲ ਆਪਾਂ ਨੂੰ ਯਾਦ ਕਰਨ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਆ, ਮਤਲਬ ਚੰਗੀ ਤਰ੍ਹਾਂ ਯਾਦ ਕਰਨ 'ਚ ਸਾਨੂੰ ਔਖਾ ਹੁੰਦਾ। ਜੇਕਰ ਅਸੀਂ ਸੀਕੁਐਂਸ 'ਚ ਪੜ੍ਹੀਆਂ ਹੋਣਗੀਆਂ ਤਾਂ ਸਾਨੂੰ ਈਜ਼ੀਲੀ ਯਾਦ ਹੋਣਗੀਆਂ। ਦੇਖੋ ਮੁਦਕੀ ਐਂਡ ਫਿਰੋਜ਼ਪੁਰ ਪਹਿਲੀਆਂ ਜਿਹੜੀਆਂ ਅਸੀਂ 2 ਪੜ੍ਹੀਆਂ ਨੇ ਉਹ 45 'ਚ ਹੋਈਆਂ ਨੇ। ਠੀਕ ਹੈ। ਉਸ ਤੋਂ ਬਾਅਦ ਬੱਦੋਵਾਲ, ਆਲੀਵਾਲ ਐਂਡ ਸੁਭਰਾਓ ਇਹ 46 'ਚ ਹੋਈਆਂ ਨੇ। ਹੁਣ 45 ਦੇ ਵਿੱਚ ਕਿੰਨੀਆਂ ਹੋਈਆਂ ਨੇ? 1845 'ਚ 2, ਜੇਕਰ ਸਾਨੂੰ 46 'ਚ ਪੁੱਛਿਆ ਜਾਂਦਾ ਤਾਂ 3 ਲੜਾਈਆਂ। ਠੀਕ ਹੈ ਜੀ। ਮੁਦਕੀ ਦੀ ਲੜਾਈ ਕਦੋਂ ਹੋਈ? ਹੁਣ ਦੇਖੋ ਇਹਦੇ ਨਾਲ ਇਹ ਵੀ ਲਿਖਿਆ ਹੋ ਸਕਦਾ ਹੈ ਕਿ ਪਹਿਲੇ, ਮੈਂ ਇੱਥੇ ਨਹੀਂ ਲਿਖਿਆ ਕੁਐਸਚਨ 'ਚ, ਬਟ ਆ ਸਕਦਾ ਕਿ ਪਹਿਲੇ ਐਂਗਲੋ ਸਿੱਖ ਯੁੱਧ ਨਾਲ ਸੰਬੰਧਿਤ ਮੁਦਕੀ ਦੀ ਲੜਾਈ ਜਿਹੜੀ ਹੈਗੀ ਆ ਉਹ ਕਦੋਂ ਹੋਈ। ਤੁਹਾਨੂੰ ਸਿੰਗਲ ਇੱਦਾਂ ਵੀ ਹੋ ਸਕਦਾ ਕਿ ਮੁਦਕੀ ਦੀ ਲੜਾਈ ਕਦੋਂ ਹੋਈ। 21 ਦਸੰਬਰ 1845, 22 ਦਸੰਬਰ 1845, 18 ਦਸੰਬਰ 1845 ਜਾਂ ਫਿਰ 23 ਦਸੰਬਰ 1845। ਹੁਣ ਇਹ ਯਾਦ ਰੱਖਣ ਦੇ ਨਾਲ ਨਾਲ ਕਿ ਐਂਗਲੋ ਸਿੱਖ ਵਾਰ ਜਿਹੜਾ ਪਹਿਲਾ ਉਹ 45-46 ਦੇ ਵਿੱਚ ਹੋਇਆ, ਉਹਦੀਆਂ ਸਾਰੀਆਂ ਲੜਾਈਆਂ ਦੀ ਰੀਟਸ ਵੀ ਸਾਨੂੰ ਯਾਦ ਰੱਖਣੀਆਂ ਬਣਦੀਆਂ ਨੇ, ਕਿਉਂਕਿ ਕਿਤੋਂ ਵੀ ਕੁਐਸਚਨ ਸਾਨੂੰ ਪੁੱਛਿਆ ਜਾ ਸਕਦਾ ਹੈ। ਕਦੋਂ ਹੋਈ ਪਹਿਲੀ ਲੜਾਈ ਜਿਹੜੀ ਮੁਦਕੀ ਦੀ ਆ? 18 ਦਸੰਬਰ 1845। ਯਾਦ ਰੱਖਣਾ, ਇਹਨੂੰ ਨੋਟ ਡਾਊਨ ਕਰ ਲਓ। 18 ਦਸੰਬਰ 1845। ਹੁਣ ਤੁਸੀਂ ਸੀਕੁਐਂਸ ਦੇ ਵਿੱਚ ਉਹਨੂੰ ਲਿਖਿਆ ਨਾ, ਜੇ ਮੁਦਕੀ, ਫਿਰੋਜ਼ ਸ਼ਹਿਰ, ਬੱਦੋਵਾਲ, ਆਲੀਵਾਲ ਐਂਡ ਸੁਭਰਾਓ ਦੇ ਅੱਗੇ ਹੀ ਜਿਹੜੀਆਂ ਹੈਗੀਆਂ ਨੇ ਡੇਟਸ ਨੂੰ ਨੋਟ ਡਾਊਨ ਕਰੋ। ਮੁਦਕੀ ਦੀ ਲੜਾਈ ਹੋਈ 18 ਦਸੰਬਰ, ਕਿਉਂਕਿ ਦੇਖੋ ਕੱਲੀ ਕੱਲੀ ਪੜ੍ਹੋਗੇ ਤਾਂ ਤੁਹਾਨੂੰ ਲੱਗੇਗਾ ਠੀਕ ਹੈ, ਜਦੋਂ ਸਾਰੀਆਂ ਇਕੱਠੀਆਂ ਹੋ ਜਾਣਗੀਆਂ ਪਹਿਲੇ ਦੀਆਂ ਦੂਜੇ ਦੀਆਂ ਫਿਰ ਕਿਤੇ ਨਾ ਕਿਤੇ ਕਨਫਿਊਜ਼ਨ ਹੋਏਗੀ, ਉਹ ਵਾਰੀ ਵਾਰੀ ਪੜ੍ਹਨ ਦੀ ਲੋੜ ਪਏਗੀ। ਠੀਕ ਹੈ, ਤਾਂ ਉਹਨੂੰ ਨੋਟ ਡਾਊਨ ਕਰਨਾ ਬਹੁਤ ਜ਼ਰੂਰੀ ਹੈ। 18 ਦਸੰਬਰ 1845 ਨੂੰ ਮੁਦਕੀ ਦੀ ਲੜਾਈ ਹੋਈ। ਦੂਜੀ ਹੈਗੀ ਹੁਣ ਫਿਰੋਜ਼ ਸ਼ਹਿਰ ਦੀ ਲੜਾਈ ਕਦੋਂ ਹੋਈ? 21 ਦਸੰਬਰ 1846, 21 ਦਸੰਬਰ 1845, 25 ਜਨਵਰੀ 1846 ਤੇ 19 ਦਸੰਬਰ 1846। ਹੁਣ ਦੇਖੋ ਪਹਿਲਾਂ ਆਪਾਂ ਕੀ ਕਿਹਾ ਵੀ ਪਹਿਲੀਆਂ 2 ਲੜਾਈਆਂ ਆਪਾਂ ਯਾਦ ਕਰੀਆਂ ਨੇ ਮੁਦਕੀ ਐਂਡ ਫਿਰੋਜ਼ ਸ਼ਹਿਰ, ਤਾਂ ਪਹਿਲੀਆਂ ਤਾਂ 45 'ਚ ਹੋਈਆਂ ਨੇ, ਇਸ ਲਈ 46 ਵਾਲੇ ਆਪਸ਼ਨ ਤਾਂ ਆਪਾਂ ਕੱਟ ਹੀ ਕਰ ਦਿਓ। ਠੀਕ ਹੈ ਜੀ। ਤਾਂ ਕਿਹੜੀ ਰਹਿ ਗਈ ਆਪਣੇ ਕੋਲ? 21 ਦਸੰਬਰ 1845। ਪਹਿਲੀ ਕਿਹੜੀ ਹੈ? 18 ਦਸੰਬਰ, ਉਸ ਤੋਂ 18, 19, 20, 21 3 ਦਿਨਾਂ ਬਾਅਦ ਹੀ ਜਿਹੜੀ ਹੈਗੀ ਆ ਦੂਜੀ ਲੜਾਈ ਫਿਰੋਜ਼ ਸ਼ਹਿਰ ਦੀ ਲੜਾਈ ਹੋ ਗਈ 21 ਦਸੰਬਰ 1845। 18 ਦਸੰਬਰ, ਫਿਰੋਜ਼ ਸ਼ਹਿਰ ਦੀ 21 ਦਸੰਬਰ। ਠੀਕ ਹੈ ਜੀ। ਪਹਿਲਾ ਕੰਮ ਤੁਸੀਂ ਬਸ ਇਹਨਾਂ ਨੂੰ ਮੁਦਕੀ, ਫਿਰੋਜ਼ ਸ਼ਹਿਰ, ਬੱਦੋਵਾਲ, ਆਲੀਵਾਲ ਐਂਡ ਸੁਭਰਾਓ ਇੱਦਾਂ ਯਾਦ ਕਰ ਲੈਣਾ, ਦੈਨ ਫਿਰ ਤੁਹਾਨੂੰ ਉਹ ਈਜ਼ੀਲੀ ਯਾਦ ਹੋ ਜਾਣਗੀਆਂ। 18 ਦਸੰਬਰ ਦੈਨ 21 ਦਸੰਬਰ, 45 ਦੋਨੋਂ ਨੇ। ਨੈਕਸਟ ਆ ਗਿਆ ਆਪਣੇ ਕੋਲ ਬੱਦੋਵਾਲ ਦੀ ਲੜਾਈ ਕਦੋਂ ਹੋਈ? 22 ਜਨਵਰੀ। ਹੁਣ ਦੇਖੋ ਇਹਦੇ ਵਿੱਚ ਕੀ ਆ ਆਪਣੇ ਕੋਲ, ਹੁਣ 45 ਵਾਲੀਆਂ ਦੋਨੋਂ ਲੜਾਈਆਂ ਖਤਮ ਹੋਈਆਂ, ਤੀਜੀ ਆ ਗਈ ਆਪਣੇ ਕੋਲ 46 ਵਾਲੀ, ਤਾਂ 45 ਵਾਲੇ ਆਪਸ਼ਨਸ ਤਾਂ ਆਪਾਂ ਪਹਿਲਾਂ ਹੀ ਕੱਟ ਕਰ ਦਾਂਗੇ। ਠੀਕ ਹੈ ਜੀ। ਤਾਂ ਬੱਦੋਵਾਲ ਦੀ ਲੜਾਈ ਹੁਣ ਆਪਣੇ ਕੋਲ ਆ ਗਈ 21 ਜਨਵਰੀ 1846। ਠੀਕ ਹੈ ਜੀ। 21 ਜਨਵਰੀ 1846। ਪਹਿਲੀ ਜਿਹੜੀ ਹੈਗੀ ਆ ਮੁਦਕੀ ਦੀ 18 ਦਸੰਬਰ, ਦੈਨ 3 ਦਿਨਾਂ ਬਾਅਦ ਆ ਗਈ ਆਪਣੇ ਕੋਲ 21 ਦਸੰਬਰ, ਦੈਨ ਫਿਰ 1 ਮੰਥ ਬਾਅਦ 21 ਜਨਵਰੀ ਆ ਗਈ। ਪਹਿਲਾਂ 21 ਦਸੰਬਰ, ਨਾਲ ਦੀ ਨਾਲ ਫਿਰ ਬੱਦੋਵਾਲ ਦੀ 21 ਜਨਵਰੀ ਆ ਗਈ ਆਪਣੇ ਕੋਲ। 21 ਜਨਵਰੀ 1846 ਨੂੰ ਹੈਗੀ ਆ ਜਿਹੜੀ ਉਹ ਬੱਦੋਵਾਲ ਦੀ ਲੜਾਈ ਸਾਡੀ ਹੋਈ ਆ। ਠੀਕ ਆ ਜੀ। ਨੈਕਸਟ ਆ ਗਈ ਆਪਣੇ ਕੋਲ ਆਲੀਵਾਲ ਦੀ ਲੜਾਈ ਕਦੋਂ ਹੋਈ? ਇਹ ਸਾਰੀਆਂ ਹੈਗੀਆਂ ਜਿਹੜੀਆਂ ਪਹਿਲੇ ਐਂਗਲੋ ਸਿੱਖ ਵਾਰ ਦੀਆਂ ਹੀ ਲੜਾਈਆਂ ਨੇ ਆਪਣੀਆਂ। 28 ਜਨਵਰੀ 1846, 21 ਜਨਵਰੀ 1846, 22 ਫਰਵਰੀ 1846 ਜਾਂ ਫਿਰ 22 ਦਸੰਬਰ 1846 ਹੁੰਦੇ, ਕੋਈ ਸਾਰੀਆਂ ਹੀ ਇਹ 1846 ਦੀਆਂ ਨੇ। ਤਾਂ ਹੁਣ ਦੇਖੋ ਜਿਹੜੀ ਸਾਡੇ ਕੋਲ ਹੈਗੀ ਆ ਆਲੀਵਾਲ ਦੀ ਲੜਾਈ, ਉਹ ਹੋਈ ਹੈ ਸਾਡੀ 28 ਜਨਵਰੀ। ਠੀਕ ਆ ਜੀ। 28 ਜਨਵਰੀ 21 ਤੋਂ ਬਾਅਦ ਫਿਰ ਨਾਲ ਦੀ ਨਾਲ ਥੋੜੇ ਦਿਨਾਂ ਬਾਅਦ ਕਿੰਨੇ ਦਿਨ ਲੱਗੇ? 21, 22, 23, 24, 25, 26, 27 ਤੇ 28, 7ਵੇਂ ਦਿਨ ਜਿਹੜੀ ਹੈਗੀ ਆ ਸਾਡੇ ਕੋਲ ਉਹ 28 ਜਨਵਰੀ 1846 ਨੂੰ ਜਿਹੜੀ ਹੈਗੀ ਆ ਆਲੀਵਾਲ ਦੀ ਲੜਾਈ ਸਾਡੀ ਹੋ ਗਈ। ਠੀਕ ਹੈ ਜੀ। ਮੁਦਕੀ ਦੀ 18 ਦਸੰਬਰ, ਫਿਰ 3 ਦਿਨਾਂ ਬਾਅਦ 21 ਦਸੰਬਰ ਨੂੰ ਫਿਰੋਜ਼ ਸ਼ਹਿਰ ਦੀ ਹੋ ਗਈ, ਦੈਨ ਫਿਰ 1 ਮੰਥ ਬਾਅਦ 21 ਜਨਵਰੀ ਨੂੰ 21 ਜਨਵਰੀ 1846 ਨੂੰ ਬੱਦੋਵਾਲ ਦੀ ਹੋ ਗਈ, ਫਿਰ ਨਾਲ ਦੀ ਨਾਲ 28 ਜਨਵਰੀ 1846 ਨੂੰ ਆਲੀਵਾਲ ਦੀ ਹੋ ਗਈ। ਠੀਕ ਹੈ ਜੀ। ਨੈਕਸਟ ਆ ਗਈ ਸਾਡੇ ਕੋਲ ਸੁਭਰਾਓ ਦੀ।
ਸੁਭਰਾਓ ਦੀ ਕਦੋਂ ਹੋਈ ਲੜਾਈ? 11 ਫਰਵਰੀ 1846, 15 ਫਰਵਰੀ, 10 ਫਰਵਰੀ 1846 ਜਾਂ ਫਿਰ 21 ਫਰਵਰੀ 1846। ਸੁਭਰਾਓ ਦੀ ਲੜਾਈ ਹੋਈ ਹੈ ਜੀ ਸਾਡੇ ਕੋਲ 10 ਫਰਵਰੀ 1846। ਠੀਕ ਹੈ ਜੀ, 10 ਫਰਵਰੀ 1846। ਹੁਣ ਦੇਖੋ ਇਹ ਪੰਜੋਂ ਲੜਾਈਆਂ ਨੂੰ ਇੱਕ ਵਾਰੀ ਰਿਵਾਈਜ਼ ਕਰ ਲਓ ਤਾਂ ਕਿ ਯਾਦ ਹੋ ਜਾਵੇ। ਮੁਦਕੀ ਦੀ 18 ਦਸੰਬਰ 1845, ਫਿਰੋਜ਼ ਸ਼ਹਿਰ ਦੀ 21 ਦਸੰਬਰ 1845। ਪਹਿਲੀਆਂ ਦੋ ਕਦੋਂ ਹੋਈਆਂ? 45 ਦੇ ਵਿੱਚ ਤੇ ਦਸੰਬਰ ਦੇ ਵਿੱਚ। 18 ਐਂਡ 21 2-3 ਦਿਨਾਂ 'ਚ ਹੀ ਦੋਨੋਂ ਲੜਾਈਆਂ ਨਿਬੜ ਗਈਆਂ ਇਹ, 18 ਦਸੰਬਰ ਐਂਡ 21 ਦਸੰਬਰ। ਅਗਲੀਆਂ ਦੋ ਬੱਦੋਵਾਲ ਐਂਡ ਆਲੀਵਾਲ, ਯਾਦ ਰੱਖਿਓ ਬੱਦੋਵਾਲ ਆਲੀਵਾਲ। ਠੀਕ ਹੈ ਜੀ। ਹੁਣ 46 ਦੇ ਵਿੱਚ ਹੋ ਗਈਆਂ 21 ਜਨਵਰੀ ਤੇ 28 ਜਨਵਰੀ, ਇਹ ਦੋਨੋਂ ਜਨਵਰੀ 'ਚ ਆ ਗਈਆਂ। ਪਹਿਲੀਆਂ 2 ਦਸੰਬਰ 'ਚ, ਦੂਜੀਆਂ 2 ਜਨਵਰੀ 'ਚ। ਦੇਖੋ ਉਹ ਵੀ ਨੇੜੇ ਨੇ, 21 ਜਨਵਰੀ 28 ਜਨਵਰੀ। ਹੁਣ ਰਹਿ ਗਈ ਆਪਣੇ ਕੋਲ ਲਾਸਟ ਵਾਲੀ ਸੁਭਰਾਓ ਦੀ, ਉਹ ਚਲੀ ਗਈ ਫਰਵਰੀ 'ਚ। ਪਹਿਲੀਆਂ 2 ਦਸੰਬਰ 'ਚ, ਫਿਰ 2 ਜਨਵਰੀ 'ਚ, ਤੀਜੀ ਕਿਹੜੀ ਹੋ ਗਈ ਆਪਣੇ ਕੋਲ? ਪੰਜਵੀਂ ਕਿਹੜੀ ਹੋ ਗਈ? ਉਹ ਹੋ ਗਈ ਫਰਵਰੀ 'ਚ, 10 ਫਰਵਰੀ 1846। ਯਾਦ ਰੱਖਣਾ, ਪਹਿਲੀਆਂ 2 45 'ਚ, ਫਿਰ ਅਗਲੀਆਂ 46 'ਚ ਹੋ ਗਈਆਂ। ਠੀਕ ਹੈ ਜੀ, ਇਹਨਾਂ ਨੂੰ ਸੀਕੁਐਂਸ ਯਾਦ ਰੱਖਣਾ, ਮੁਦਕੀ, ਫਿਰੋਜ਼ ਸ਼ਹਿਰ, ਬੱਦੋਵਾਲ, ਆਲੀਵਾਲ ਐਂਡ ਸੁਭਰਾਓ। ਠੀਕ ਹੈ, ਇੱਦਾਂ ਯਾਦ ਰੱਖੋਗੇ ਤਾਂ ਤੁਹਾਨੂੰ ਰੇਟਸ ਯਾਦ ਕਰਨੀਆਂ ਬਹੁਤ ਈਜ਼ੀ ਹੋਣਗੀਆਂ। ਠੀਕ ਹੈ ਜੀ, ਹੋਪ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋ ਗਈਆਂ ਹੋਣਗੀਆਂ। ਬਾਕੀ ਤੁਸੀਂ ਨੋਟ ਡਾਊਨ ਕੀਤਾ ਜੇ ਤਾਂ ਉਹਨਾਂ ਨੂੰ ਰਿਵਾਈਜ਼ ਜ਼ਰੂਰ ਕਰ ਲਿਓ ਇੱਕ ਵਾਰੀ। ਠੀਕ ਹੈ ਜੀ, ਅਗਲਾ ਕੁਐਸਚਨ ਆਪਣੇ ਕੋਲ ਆ ਗਿਆ, ਪਹਿਲੇ ਐਂਗਲੋ ਸਿੱਖ ਯੁੱਧ ਦੀ ਕਿਹੜੀ ਲੜਾਈ ਵਿੱਚ ਸ਼ਾਮ ਸਿੰਘ ਅਟਾਰੀਵਾਲਾ ਦੀ ਸ਼ਹੀਦੀ ਹੋਈ? ਮੁਦਕੀ, ਬੱਦੋਵਾਲ, ਮੁਦਕੀ ਹੈ ਜੀ ਇਹ। ਹਾਂਜੀ, ਮੁਦਕੀ, ਬੱਦੋਵਾਲ, ਆਲੀਵਾਲ ਐਂਡ ਸੁਭਰਾਓ। ਤਾਂ ਪਹਿਲੇ ਸਿੱਖ ਯੁੱਧ ਦੀ ਇੱਦਾਂ ਦੇ ਕੁਐਸਚਨ ਬੜੀ ਵਾਰੀ ਪੇਪਰ ਦੇ ਵਿੱਚ ਆਉਂਦੇ ਹੁੰਦੇ ਨੇ। ਠੀਕ ਹੈ ਜੀ, ਕਿਹੜੀ ਯੁੱਧ ਦੇ ਵਿੱਚ ਹੋਈ? ਸੁਭਰਾਓ ਦੀ ਲੜਾਈ ਦੇ ਵਿੱਚ ਸ਼ਾਮ ਸਿੰਘ ਅਟਾਰੀਵਾਲਾ ਦੀ ਸ਼ਹੀਦੀ ਹੋਈ। ਠੀਕ ਹੈ ਜੀ, ਯਾਦ ਰੱਖਣਾ, ਸੁਭਰਾਓ ਦੀ ਲੜਾਈ ਦੇ ਵਿੱਚ। ਸੁਭਰਾਓ ਦੀ ਜੰਗ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਗੰਨਾ ਦੀ ਲੜਾਈ, ਵਾਟਰਲੂ ਦੀ ਜੰਗ, ਸ਼ਹੀਦੀ ਜੰਗ ਜਾਂ ਫਿਰ ਸਿੱਖਾਂ ਦੀ ਜੰਗ। ਸੁਭਰਾਓ ਦੀ ਜੋ ਲੜਾਈ ਆ ਫਸਟ ਐਂਗਲੋ ਸਿੱਖ ਵਾਰ ਦੀ, ਉਹਨੂੰ ਅਸੀਂ ਹੋਰ ਕੀ ਕਹਿੰਦੇ ਆ? ਵਾਟਰਲੂ ਦੀ ਜੰਗ, ਬੈਟਲ ਆਫ ਵਾਟਰਲੂ। ਠੀਕ ਹੈ ਜੀ, ਸਾਨੂੰ ਇਹ ਵੀ ਆ ਜਾਂਦਾ ਕਿ ਵਾਟਰਲੂ ਦੀ ਬੈਟਲ ਆਫ ਵਾਟਰਲੂ ਆ ਜਿਹੜਾ, ਕਿਹੜੀ ਲੜਾਈ ਨੂੰ ਕਿਹਾ ਜਾਂਦਾ? ਦੈਨ ਦ ਆਂਸਰ ਵਿਲ ਬੀ ਸੁਭਰਾਓ। ਠੀਕ ਹੈ ਜੀ, ਸੁਭਰਾਓ ਦੀ ਜੰਗ ਹੈ ਜਿਹੜੀ, ਉਹਨੂੰ ਹੀ ਵਾਟਰਲੂ ਦੀ ਜੰਗ, ਬੈਟਲ ਆਫ ਵਾਟਰਲੂ ਕਿਹਾ ਜਾਂਦਾ ਹੈ। ਪਹਿਲੇ ਐਂਗਲੋ ਸਿੱਖ ਯੁੱਧ ਦੀ ਕਿਹੜੀ ਲੜਾਈ ਵਿੱਚ ਸਿੱਖ ਜੇਤੂ ਰਹੇ? ਠੀਕ ਹੈ ਜੀ, ਯੁੱਧ ਆਏਗਾ ਇੱਥੇ। ਠੀਕ ਹੈ ਜੀ, ਪਹਿਲੇ ਐਂਗਲੋ ਸਿੱਖ ਯੁੱਧ ਦੀ, ਵੇਟ ਕਰੋ ਸਹੀ ਕਰ ਦਈਏ ਇਹਨੂੰ ਆਪਾਂ, ਐਂਗਲੋ ਸਿੱਖ ਯੁੱਧ ਦੀ ਕਿਹੜੀ ਲੜਾਈ ਵਿੱਚ ਸਿੱਖ ਜੇਤੂ ਰਹੇ? ਹੁਣ ਦੇਖੋ ਜੀ, ਪਹਿਲੇ ਐਂਗਲੋ ਸਿੱਖ ਯੁੱਧ ਦੇ ਵਿੱਚ ਜਿਹੜੀਆਂ ਹੈਗੀਆਂ ਨੇ 5 ਲੜਾਈਆਂ ਹੋਈਆਂ। ਓਨਲੀ ਸਿੰਗਲ ਬੈਟਲ, ਸਿਰਫ ਇੱਕੋ ਇੱਕ ਲੜਾਈ ਸੀ ਜਿਹਦੇ ਵਿੱਚ ਜਿਹੜੇ ਹੈਗੇ ਨੇ ਸਿੱਖ ਜੇਤੂ ਰਹੇ। ਬਾਕੀ ਸਾਰੀਆਂ ਲੜਾਈਆਂ ਦੇ ਵਿੱਚ ਜੋ ਹੈਗੇ ਨੇ ਅੰਗਰੇਜ਼ ਜੇਤੂ ਰਹੇ ਸੀ। ਤਾਂ ਕਿਹੜੀ ਲੜਾਈ ਆ ਜਿਹਦੇ ਵਿੱਚ ਸਿੱਖ ਜੇਤੂ ਰਹੇ ਸੀ? ਫਿਰੋਜ਼ ਸ਼ਹਿਰ ਦੀ, ਬੱਦੋਵਾਲ ਦੀ, ਆਲੀਵਾਲ ਦੀ ਜਾਂ ਫਿਰ ਮੁਦਕੀ ਦੀ ਲੜਾਈ। ਤਾਂ ਬੱਦੋਵਾਲ ਦੀ ਜੋ ਲੜਾਈ ਹੈ ਜੀ, ਇੱਕੋ ਇੱਕ ਜਿਹੜੀ ਲੜਾਈ ਆ ਪਹਿਲੇ ਐਂਗਲੋ ਸਿੱਖ ਯੁੱਧ ਦੀ, ਉਹਦੇ ਵਿੱਚ ਬੱਦੋਵਾਲ ਦੀ ਲੜਾਈ ਆ ਉਹ ਜਿਹਦੇ ਵਿੱਚ ਸਿੱਖ ਜੇਤੂ ਰਹੇ। ਠੀਕ ਹੈ ਜੀ, ਪਹਿਲੇ ਐਂਗਲੋ ਸਿੱਖ ਯੁੱਧ ਦੀ ਮੁਦਕੀ ਦੀ ਲੜਾਈ ਵਿੱਚ ਸਿੱਖ ਫੌਜ ਦੀ ਅਗਵਾਈ ਕਿਸਨੇ ਕੀਤੀ? ਹੁਣ ਦੇਖੋ, ਹੁਣ ਆ ਗਿਆ ਆਪਣੇ ਕੋਲ ਅਵਾਰਡਸ ਕਿ ਉਹਨਾਂ ਦੇ ਵਿੱਚ ਕਿਹੜੀ ਲੜਾਈ ਦੇ ਵਿੱਚ ਜਿਹੜੇ ਅੰਗਰੇਜ਼ਾਂ ਨੂੰ ਕਿਹਨੇ ਲੀਡ ਕੀਤਾ ਤੇ ਸਿੱਖਾਂ ਨੂੰ ਕਿਹਨੇ ਲੀਡ ਕੀਤਾ। ਠੀਕ ਹੈ ਜੀ, ਇਹਨਾਂ ਨੂੰ ਵੀ ਹੁਣ ਆਪਾਂ ਇੱਦਾਂ ਹੀ ਯਾਦ ਕਰਾਂਗੇ ਜਿਵੇਂ ਆਪਾਂ ਜਿਹੜੇ ਹੈਗੇ ਨੇ ਉਹਨਾਂ ਦੀਆਂ ਡੇਟਸ ਐਂਡ ਸਨ ਯਾਦ ਕੀਤੇ ਨੇ। ਹੁਣ ਦੇਖੋ ਉੱਥੇ ਵੀ ਆਪਾਂ ਨੂੰ ਸੀਕੁਐਂਸ ਦੀ ਲੋੜ ਹੈ, ਮੁਦਕੀ, ਫਿਰੋਜ਼ ਸ਼ਹਿਰ, ਬੱਦੋਵਾਲ, ਆਲੀਵਾਲ ਐਂਡ ਸੁਭਰਾਓ। ਪਹਿਲੇ ਐਂਗਲੋ ਸਿੱਖ ਮੁਦਕੀ ਦੀ ਲੜਾਈ ਦੇ ਵਿੱਚ ਜਿਹੜੀ ਹੈਗੀ ਸਿੱਖ ਫੌਜ ਦੀ ਅਗਵਾਈ ਕੀਤੀ ਜੀ ਲਾਲ ਸਿੰਘ ਨੇ। ਯਾਦ ਰੱਖਣਾ, ਪਹਿਲੀ ਲੜਾਈ ਦੇ ਵਿੱਚ ਲਾਲ ਸਿੰਘ ਨੇ ਕੀਤੀ। ਤੁਸੀਂ ਇੱਦਾਂ ਟ੍ਰਿਕ ਯਾਦ ਕਰ ਲਓ ਕਿ ਪਹਿਲੀ ਲੜਾਈ ਦੇ ਵਿੱਚ ਆਪਾਂ ਕਹਿੰਦੇ ਨਾ ਜਦੋਂ ਕਿਸੇ ਨੂੰ ਗੁੱਸਾ ਚੜਿਆ ਹੁੰਦਾ ਵੀ ਕਿਵੇਂ ਲਾਲ ਪੀਲਾ ਹੋਇਆ ਫਿਰਦਾ, ਇਹ ਲਾਲ ਸਿੰਘ ਪੂਰੀ ਤਰ੍ਹਾਂ ਲਾਲ ਪੀਲਾ ਹੋ ਕੇ ਆਇਆ ਵੀ ਪਹਿਲੀ ਲੜਾਈ ਆ, ਮੈਂ ਤਾਂ ਪੂਰੀ ਤਰ੍ਹਾਂ ਆਪਣਾ ਜ਼ੋਰ ਦਿਖਾਣਾ ਹੀ ਦਿਖਾਣਾ ਇਸ ਲੜਾਈ ਦੇ ਵਿੱਚ। ਠੀਕ ਹੈ ਜੀ, ਤਾਂ ਪਹਿਲੇ ਐਂਗਲੋ ਸਿੱਖ ਯੁੱਧ ਵਿੱਚ ਜਿਹੜੀ ਮੁਦਕੀ ਦੀ ਲੜਾਈ ਆ ਉਹਦੇ ਵਿੱਚ ਜਿਹੜਾ ਹੈਗਾ ਲਾਲ ਸਿੰਘ ਨੇ ਅਗਵਾਈ ਕੀਤੀ ਆ। ਠੀਕ ਹੈ ਜੀ,
पहले एंग्लो सिख युद्ध की फिरोज शहर की लड़ाई में सिख फौज की अगवाई किसने की? गुरनाम सिंह ने, शेर सिंह ने, हरपाल सिंह ने, लाल सिंह अते तेज सिंह ने। ठीक है, हुण देखो दूजे नंबर पर आ गई अपने को फिरोज शहर की लड़ाई। तो फिरोज शहर की लड़ाई की अगवाई किने की है जी? लाल सिंह एंड तेज सिंह ने। पहले दे विच की है लाल सिंह, फिर तुसीं इहनूं रिमेंबर रखो कि लाल सिंह है जिहड़ा कल्ले तो उहदे तो थोड़ा जिहा कुछ बनिया नहीं, तो उहने तेज सिंह नूं अपने नाल ला लिया भी चलो हुण आपां दोनों ही अगवाई करदे आं कि आपां जितांगे फिर। ठीक है जी, लाल सिंह अते तेज सिंह दोनों ही जिहड़े हैगे ने फिर वो फिरोज शहर की लड़ाई दे विच आए। पहली च लाल सिंह फिरोज शहर दी विच पहली मुदकी दी हो गई, फिरोज शहर दी विच लाल सिंह एंड तेज सिंह हो गए, ते मुदकी दे विच लाल सिंह हो गया। ठीक है जी, याद रखना इन्हां दोनों नूं। नैक्सट आ गया पहले एंग्लो सिख युद्ध की बद्दोवाल की लड़ाई में सिख फौज की अगवाई किसने की? रणजोत सिंह मजीठिया, तेज सिंह, गुरदयाल सिंह या फिर लाल सिंह। हुण देखो तीजी लड़ाई होगी जिहड़ी किहड़ी होगी बद्दोवाल की, उहदे विच कीती है जी अगवाई रणजोत सिंह मजीठिया ने। रणजोत सिंह मजीठिया याद रखना। हुण देखो नैक्सट दो मैं पाइयां नहीं क्योंकि वही रिपीट नहीं, वो मैं तुहानूं इदां ही दस दी हां, उन्हां नूं भी नोट डाउन कर लिओ। बद्दोवाल ते आलीवाल दोनों के विच हुण देखो बद्दोवाल एंड आलीवाल मिलते जुलते हैं, दोनों विच सिखां की अगवाई ही रणजोत सिंह मजीठिया ने की। दोनों के विच ही रणजोत सिंह मजीठिया ने की। ते सुभराओ की जो लड़ाई आ उहदी फिर किने की? लाल सिंह एंड तेज सिंह ने। याद रखना सिर्फ कल्ली जिहड़ी पहली है लाल सिंह ने की, दूजी एंड पंजवीं दूजी किहड़ी हो गई फिरोसिटी एंड वाली किहड़ी हो गई सुभराओ। ये किहड़ी कीती? लाल सिंह एंड तेज सिंह दोनों ने ही मिल के जिहड़ी हैगियां ये लड़ाइयां नूं इन्हां दी अगवाई की। ठीक है जी, ते बद्दोवाल एंड आलीवाल की जिहड़ी हैगी आ वो अगवाई की रणजोत सिंह मजीठिया ने। ठीक है जी, याद रखना। देखो तीन आपां इत्थे क्वेश्चन दे विच पाईयां ने, मुदकी, फिरोज शहर ते बद्दोवाल। आलीवाल नहीं पाई, वो भी रणजोत सिंह मजीठिया ने की आ, ते सुभराओ वाली भी लाल सिंह एंड तेज सिंह ने की आ, जिन्हां ने फिरोज सिटी की लड़ाई की अगवाई की आ। ठीक है जी, याद रखना है। हुण अपनी 5 लड़ाइयां की अगवाई किने किने कीती ये अपना कवर हो गया। वीडियो किवें दी लग रही है जी? वधिया लग रही है तो लाइक कर दो। ठीक है जी, शेयर कर दो ज़रूर ताकि बाकी जने तक भी पहुँच सके। तो चैनल को सबसक्राइब करना तो बिल्कुल भी ना भुलिया करो। तुहाडे लई ही देखो कंटेंट बनाने, जो तुहानूं ही ना मिलिया फिर उहदा फायदा भी कोई नहीं। ठीक है, तो चैनल को सबसक्राइब करके बैल आइकन प्रेस कर लो ताकि तुहाडे तक कंटेंट है तुहानूं नाल दी नाल पता लग जाए जदों भी वीडियो जिहड़ी अपलोड होवे। बाकी चैनल को लाइक करो, शेयर करो, तो वीडियो किदां दी लग रही है कमेंट करके जरूर दसो। देखो MCQs ਦੇ ਵਿੱਚ ਥਿਊਰੀ ਵਾਂਗ ਤੁਹਾਡੀ ਥਿਊਰੀ ਵੀ ਨਾਲ ਕਵਰ ਹੋ ਰਹੀ ਹੈ। ਥਿਊਰੀ ਪੜ੍ਹਨ ਦੀ ਲੋੜ ਨਹੀਂ ਤੁਹਾਨੂੰ, ਇੰਨੇ ਤਰੀਕੇ ਦੇ ਨਾਲ ਤੁਹਾਨੂੰ ਮੈਂ ਸਾਰੇ ਕੁਐਸਚਨ ਐਕਸਪਲੇਨ ਕਰਕੇ ਦੋਨੋਂ ਜਿਹੜੇ ਐਂਗਲੋ ਸਿੱਖ ਵਰਡਸ ਨੇ ਸਾਰੇ ਕਵਰ ਕਰਵਾ ਦੇਣੇ ਨੇ ਕਿ ਜੇ ਥਿਊਰੀ ਦੀ ਤਾਂ ਲੋੜ ਹੀ ਹੈ ਨਹੀਂ ਇਹਦੇ ਵਿੱਚ। ਠੀਕ ਹੈ, ਕੱਲਾ ਕੱਲਾ ਕਨਸੈਪਟ ਤੁਹਾਨੂੰ ਕਲੀਅਰ ਕਰਵਾ ਰਹੀ ਹਾਂ ਮੈਂ। ਠੀਕ ਹੈ, ਤਾਂ ਟੌਪਿਕ ਵਾਈਜ਼ ਜਿਹੜਾ ਹੈਗਾ ਕੰਟੈਂਟ ਕਰਨ ਦਾ ਇਹੀ ਫਾਇਦਾ ਹੁੰਦਾ ਆਪਾਂ ਨੂੰ ਕਿ ਆਪਣੇ ਸਾਰੇ ਕੁਐਸਚਨ ਕਵਰ ਹੋ ਜਾਂਦੇ ਨੇ। ਇਸ ਤੋਂ ਇਲਾਵਾ ਹੋਰ ਵੀ ਟੌਪਿਕ ਵਾਈਜ਼ ਆਪਾਂ ਵੀਡੀਓਜ਼ ਅਪਲੋਡ ਕਰਦੇ ਹਾਂ। चैनल ते पईयां ने प्लेलिस्ट बनी हुई है। ठीक है, जिन्ने भी टॉपिक्स ने अलग अलग आपां बनाते रहने आ। जिवें हुण यूनीवर्सिटीज़ नाल रिलेटेड अलग तो वीडियो पई है। ठीक है जी, जियोग्राफी पई है पंजाब दी, बाकी महाराजा रणजीत सिंह दी जित्तां पईयां ने अलग टॉपिक पूरे क्वेश्चन कवर ने उहदे विच जिन्नियां भी जित्तां ने महाराजा रणजीत सिंह दे जीवन नाल रिलेटेड क्वेश्चन ने। ठीक है, होर भी काफ़ी टॉपिक्स नाल रिलेटेड वीडियोज़ अपलोड कीतियां ने। सारे टॉपिक वाइज वीडियो तुसीं देखो ताकि जो भी मिक्सड MCQs ਦੀਆਂ जो वीडियोज़ अपलोड ਹੁੰਦੀਆਂ ਨੇ ਉਹਨਾਂ 'ਚ ਤੁਹਾਨੂੰ ईजी रहे वो तुसीं एज अ मॉक टेस्ट लगाओ। तुहानूं पता होवे टॉपिक दे विच साडे सारे क्वेश्चन कवर ने, फिर तुहानूं कॉन्फिडेंस लैवल ऑटोमैटिकली हाई हुंदा जदों सानूं आउंदे हुंदे ने। ठीक है, जदों असीं टॉपिक पढ़िया होएगा तो सानूं मिक्सड क्वेश्चन अपने आप आउणगे। ठीक है, मतलब मिक्सड क्वेश्चन करने ही करने ने ते नाल नाल टॉपिक वाइज भी सारे अपने क्वेश्चन तुसीं कवर करने ने। ठीक है, दोनों ही अलग अलग प्लेलिस्ट्स बणियां होईयां ने अपनियां, टॉपिक्स की अलग बनी हुई है जिहड़ा इकल्ला इकल्ला टॉपिक कवर किया होया, ते मिक्सड क्वेश्चन की जिहड़ी अपनी क्लास लगती है वो भी अपनी अलग तो प्लेलिस्ट बनी हुई है। दोनों ही तुसीं चैनल ते जाके देख सकते हो। ते सारियां वीडियो मस्ट देखो क्योंकि बहुत सारा तुहाडा जिहड़ा हैगा इहदे विच सिलेबस कवर हो जाएगा। चलो अगे करदे हां क्वेश्चन आपां। पहली एंग्लो सिख युद्ध की मुदकी की लड़ाई में अंग्रेज़ों की अगवाई किसने की? हुण देखो हुण आपां आ गया सिखां की अगवाई, दैन नैक्सट आ गया अपने कोल हुण अंग्रेज़ों की अगवाई किसने की? सर हुगो, सर हैनरी स्मिथ, विलियम बेंटिक या फिर एक अते दो दोवें, मतलब कि सर हुगो ते हैनरी स्मिथ।
ਹੁਣ देखो पहले मुदकी की लड़ाई आ जो ਉਹਦੇ ਵਿੱਚ ਜਿਹੜੀ ਹੈਗੀ ਅਗਵਾਈ ਅੰਗਰੇਜ਼ਾਂ ਦੀ ਉਹ ਕੀਤੀ ਆ ਜੀ ਸਰਹੁਗ ਗੋ ਨੇ। याद रखना सरहुग गो ने। पहले एंड दूजे मतलब कि मुदकी एंड फिरोज सिटी दोनों ही लड़ाइयाँ सरहुग गो ने लीड कीतियां ने। याद रखना मुदकी एंड फिरोज सिटी दोनों ही। नैक्सट अपने को आ गया आलीवाल। ठीक है जी, पहले एंग्लो सिख युद्ध की आलीवाल की लड़ाई में अंग्रेज़ों की अगवाई किने की थी? यूसुफ अली, सर हुगो, हैनरी स्मिथ और एलीज स्मिथ। हुण जिहड़ियां हैगियां ने अगे आ गई जी वद्धोवाल एंड आलीवाल दोनों ही जिहड़ियां लड़ाइयां ने वो कीतियां ने लीड हैनरी स्मिथ ने। ठीक है जी, हैनरी स्मिथ ने। फिर मुदकी एंड फिरोज सिटी किने कीतियां? सर हुगो ने। वद्धोवाल एंड आलीवाल कीतियां ने हैनरी स्मिथ ने। ठीक है जी, याद रखना इन्हों। नैक्सट हैगी अपने कोल सुभराओ की लड़ाई। वो क्वेश्चन इतने मैं है नहीं, वो मैं थोड़ा इदा ही दस रही हूँ, नोट कर लो कि सुभराओ की जो लड़ाई आ वो भी सरहुग गो ने ही लीड की आ। याद रखना जी इनू, 3 लड़ाइयाँ सरहुग गो ने लीड कीतियां ने। मुदकी, फिरोज शहर, पहली, दूजी एंड पंजवीं ते सुभराओ। ते बाकी जो रह गई बद्धोवाल एंड आलीवाल मिलदियां जुलदियां तो दोनों लड़ाइयां ने बद्धोवाल आलीवाल ये दोनों कीतियां ने जी हैनरी स्मिथ ने लीड। हुण तुहानूं पंजों लड़ाइयां पता लग गईयां। ठीक है जी, तो आपां एक बारी सिखां दी अगवाई वाली रिवाइज कर लैने आ। पहली कीती है लाल सिंह ने। ठीक है जी, गुस्से च लाल पीला होकर आया लाल सिंह। फिरोज सिटी दी कीती है लाल सिंह एंड तेजा सिंह ने। ठीक है जी, बद्धोवाल एंड आलीवाल कीतियां ने रणजोत सिंह मजीठिया ने। ते सुभराओ दी फिर कीती है लाल सिंह एंड तेजा सिंह ने। ठीक है जी, याद हो गया? ठीक है, ओके, चलो चलते हैं अगे। पहले एंग्लो सिख युद्ध दियां किन्नियां जंगां विच अंग्रेज़ां दी अगवाई सरहुग गो ने कीती? 2 3 4 5। हुण देखो जे पिछे ध्यान नाल सुणिया तां इहदा आंसर ऑटोमैटिकली तुसीं दवोगे। ठीक है जी, किन्नियां लड़ाइयां दी अगवाई सरहुग गो ने कीती है जी? 3 लड़ाइयां दी। फिरोज सिटी, मुदकी एंड सुभराओ। बाकी दो जिहड़ियां रह गईयां वो कीतियां ने जी हैनरी स्मिथ ने लीड। सुभराओ की लड़ाई तो बाद महाराजा दलीप सिंह नाल लाहौर की संधि किसने की? ठीक है, हम देखो असं ऑलमोस्ट ये क्वेश्चन पढ़ लैने आ। चलो पहला आप आंसर देखते हैं दैन फिर अगे गल करते हैं। लॉर्ड कॉर्नवालिस, लॉर्ड मुनरो, लॉर्ड डलहौजी या फिर लॉर्ड हार्डिंग। सुभराओ की लड़ाई तो बाद महाराजा रणजीत सिंह नाल जो संधि आ वो किने की है जी? लॉर्ड हार्डिंग ने। ठीक है, हम असं ऑलमोस्ट ये क्वेश्चन पढ़ते हैं कि जिहड़ा फस्ट एंग्लो सिख वार आ उहदे समय जो इंडिया का गवर्नर जनरल कौन सीगा? ठीक है जी, लॉर्ड हार्डिंग सीगा। जे लॉर्ड हार्डिंग सीगा तो लॉर्ड हार्डिंग ने ही महाराजा दलीप सिंह नाल संधि कीती आ। हुण देखो असीं की करदे आ, साडा पता नहीं की हो जांदा, घरे सानूं सब कुछ आउंदा हुंदा, पर जदों असीं पेपर 'च पहुंच जांदे आ तां साडा दिमाग 75% ही काम करदा है, 60 ही करदा, 75 भी नहीं करदा। 40% जिहड़ा हैगा वो असीं एवें ही क्वेश्चन गलत करके आउंदे आ। देखो ये सानू पता तो जे मान लो ये सानू घुमा के थोड़ा जिहा क्वेश्चन पता तो असीं कहांगे इस तरह पढ़िया ही नहीं, जबकि उत्थों ही साडा क्वेश्चन जो बनिया हुंदा जो असीं पढ़िया हुंदा। ठीक है जी, लॉर्ड हार्डिंग ने कीती आ। तो आप इहदे बारे थोड़ा जिहा डिस्कस कर लैंदे आ, जिन्ने भी हैगे ने संधि बारे फैक्ट्स बनते हैं जिथों क्वेश्चन बन सकते हैं। ध्यान नाल सुणियो इहनूं पूरी तरह। ठीक है जी, जिहड़ी संधि हुई सीगी लाहौर दी पहली संधि लॉर्ड हार्डिंग ते महाराजा दलीप सिंह दे विचकार हुई सीगी। ते कदों हुई सी? 9 मार्च 1946 नूं हुई सीगी। ठीक है जी, 9 मार्च 1946 नूं हुई सीगी। ते ये संधि दे विच की कीता गया सीगा? जिहड़ा महाराजा दलीप सिंह नूं लाहौर दा गवर्नर अपॉइंट कर दिता गया सी। ठीक है जी, लाहौर दा गवर्नर अपॉइंट कर दिता गया सीगा। ते जिहड़ा जम्मू एंड कश्मीर आ वो 1 करोड़ रुपए दे विच गुलाब सिंह नूं दे दिता गया सीगा। ठीक है, हुण देखो इत्थों कितों भी कोई क्वेश्चन तुहानूं बन सकदा है कि लाहौर की जिहड़ी हैगी संधि तो बाद जिहड़ा जम्मू एंड कश्मीर किस नूं दिता गया सी? दैन द आंसर होएगा गुलाब सिंह। किन्ने रुपए दे विच दिता गया सीगा? 1 करोड़ रुपए दे विच दिता गया सीगा। ठीक है, ते गवर्नर कौन बनाया गया सी? क्वेश्चन आपां ने पाया भी होया, चलो आपां करदे हां। लाहौर की संधि तो बाद लाहौर का गवर्नर किसनों बनाया गया? गुलाब सिंह नूं, महाराजा दलीप सिंह नूं, लॉर्ड हार्डिंग नूं या फिर लॉर्ड कॉर्नवालिस नूं। हुण देखो आंसर आपां सुणिया उपर ध्यान नाल ते की होएगा आंसर? महाराजा दलीप सिंह नूं। ठीक है, लाहौर की संधि दे विच की कीता गया सीगा? लाहौर का गवर्नर महाराजा दलीप सिंह नूं बनाता सीगा।
ਤੇ ਜੰਮੂ ਐਂਡ ਕਸ਼ਮੀਰ 1 ਕਰੋੜ ਰੁਪਏ ਦੇ ਵਿੱਚ ਗੁਲਾਬ ਸਿੰਘ ਨੂੰ ਦੇਤਾ ਸੀਗਾ। ਠੀਕ ਹੈ ਜੀ। ਤੇ ਜਿਹੜੇ ਸਤਲੁਜ ਐਂਡ ਬਿਆਸ ਦੇ ਆਪਣੇ ਏਰੀਏ ਸੀਗੇ ਉਹਨਾਂ ਦੇ ਉੱਤੇ ਅੰਗਰੇਜ਼ਾਂ ਨੇ ਆਪਣਾ ਕਬਜ਼ਾ ਕਰ ਲਿਆ ਸੀਗਾ। ਠੀਕ ਹੈ। ਕਈ ਵਾਰ ਇਹ ਕੁਐਸਚਨ ਵੀ ਆ ਜਾਂਦਾ ਕਿ ਜਿਹੜੀ ਮਹਾਰਾਜਾ ਰਣਜੀਤ ਸਿੰਘ ਦਾ ਜੋ ਸੁਰੱਖਿਅਕ ਆ ਉਹ ਕਿਸ ਨੂੰ ਬਣਾਇਆ ਗਿਆ, ਤਾਂ ਉਹ ਮਹਾਰਾਣੀ ਜਿੰਦਾ ਨੂੰ ਬਣਾ ਦਿੱਤਾ ਗਿਆ ਸੀਗਾ ਤੇ ਲਾਲ ਸਿੰਘ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ ਸੀਗਾ। ਠੀਕ ਹੈ ਜੀ। ਇਹ ਹੁਣ ਪਹਿਲੀ ਜਿਹੜੀ ਸੰਧੀ ਆ ਉਹਦੇ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਫੈਕਟਸ ਨੇ ਜਿੱਥੋਂ ਕੁਐਸਚਨ ਤੁਹਾਨੂੰ ਬਣ ਸਕਦਾ ਉਹ ਸਾਰੇ ਮੈਂ ਤੁਹਾਨੂੰ ਇਹਦੇ ਵਿੱਚ ਦੱਸਤੇ। ਠੀਕ ਹੈ ਜੀ। ਜਿਹੜੇ MCQs ਨਹੀਂ ਪਾਏ ਉਹ ਤੁਹਾਨੂੰ ਇੱਦਾਂ ਹੀ ਦੱਸਦੇ, ਉਹਨੂੰ ਤੁਸੀਂ ਰਿਮੈਂਬਰ ਰੱਖਣਾ ਕਿਉਂਕਿ ਇੱਥੋਂ ਹੀ ਕੁਐਸਚਨ ਬਣਦੇ ਨੇ ਜ਼ਿਆਦਾਤਰ। ਠੀਕ ਹੈ। ਇੱਕ ਵਾਰੀ ਰਿਪੀਟ ਵੀ ਕਰਵਾ ਦਿੰਦੇ ਹਾਂ ਆਪਾਂ। ਲਾਹੌਰ ਦੀ ਸੰਧੀ ਹੋਈ ਸੀ ਲਾਰਡ ਹਾਰਡਿੰਗ ਤੇ ਦਲੀਪ ਸਿੰਘ ਦੇ ਵਿਚਕਾਰ 9 ਮਾਰਚ 1846 ਨੂੰ। ਠੀਕ ਹੈ ਜੀ। ਇਹਦੇ ਵਿੱਚ ਕੀ ਆ, ਮਹਾਰਾਜਾ ਦਲੀਪ ਸਿੰਘ ਨੂੰ ਲਾਹੌਰ ਦਾ ਗਵਰਨਰ ਬਣਾਤਾ, ਜੰਮੂ ਕਸ਼ਮੀਰ ਗੁਲਾਬ ਸਿੰਘ ਨੂੰ ਦਿੱਤਾ 1 ਕਰੋੜ ਰੁਪਏ ਦੇ ਵਿੱਚ। ਠੀਕ ਹੈ ਜੀ। ਤੇ ਮਹਾਰਾਣੀ ਜਿੰਦਾ ਨੂੰ ਮਹਾਰਾਜਾ ਦਲੀਪ ਸਿੰਘ ਦਾ ਜੋ ਹੈਗਾ ਸੀ ਸੁਰੱਖਿਅਕ ਬਣਾਤਾ ਤੇ ਲਾਲ ਸਿੰਘ ਨੂੰ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਨਿਯੁਕਤ ਕੀਤਾ ਗਿਆ। ਠੀਕ ਹੈ ਜੀ। ਇਹ ਪਹਿਲੀ ਸੰਧੀ ਦੇ ਜਿਹੜੇ ਹੈਗੇ ਨੇ ਆਪਣੇ ਇੰਪੋਰਟੈਂਟ ਫੈਕਟਸ ਡਿਸਕਸ ਹੋ ਗਏ। ਜੇ ਤੁਹਾਨੂੰ ਕਿਤੋਂ ਵੀ ਕੋਈ ਕਨਫਿਊਜ਼ਨ ਆ ਦੈਨ ਯੂ ਕੈਨ ਆਸਕ ਮੀ ਇਨ ਕਮੈਂਟਸ, ਤੁਸੀਂ ਮੈਨੂੰ ਪੁੱਛ ਸਕਦੇ ਹੋ ਤੇ ਤੁਹਾਨੂੰ ਦੱਸ ਦਿੱਤਾ ਜਾਵੇਗਾ। ਓਕੇ, ਚਲੋ ਅੱਗੇ ਚੱਲਦੇ ਹਾਂ। ਕਿਹੜੀ ਸੰਧੀ ਦੌਰਾਨ ਮਹਾਰਾਣੀ ਜਿੰਦਾ ਨੂੰ ਮਹਾਰਾਜਾ ਦਲੀਪ ਸਿੰਘ ਦੇ ਸੁਰੱਖਿਅਕ ਅਹੁਦੇ ਤੋਂ ਹਟਾ ਕੇ ਉਸਦੀ ਸਾਲਾਨਾ ਪੈਨਸ਼ਨ ਲਗਾਈ ਗਈ। ਹੁਣ ਦੇਖੋ ਪਹਿਲੀ ਸੰਧੀ ਦੇ ਵਿੱਚ ਕੀ ਕਰਤਾ ਜੀ, ਉਹਨਾਂ ਨੂੰ ਸੁਰੱਖਿਅਕ ਬਣਾਤਾ। ਇੱਕ ਕੁਐਸਚਨ ਆਪਣਾ ਵੀ ਬਣਦਾ, ਕਈ ਵਾਰ ਕਿਤੋਂ ਵੀ ਦੇਖੋ ਐਗਜ਼ਾਮੀਨਰ ਦਾ ਕੁਝ ਨਹੀਂ ਪਤਾ ਹੁੰਦਾ, ਕਿਤੋਂ ਵੀ ਕੁਐਸਚਨ ਪਾਇਆ ਜਾਂਦਾ। ਆਪਾਂ ਨਾ ਇੱਦਾਂ ਜਦੋਂ ਕਈ ਵਾਰ ਚਲੋ ਆਪਾਂ ਥਿਊਰੀ ਵੀ ਪੜ੍ਹਦੇ ਹਾਂ ਤਾਂ ਆਪਾਂ ਇਹ ਸੋਚਦੇ ਹਾਂ ਵੀ ਚਲੋ ਇਹ ਥੋੜ੍ਹਾ ਆਉਣ ਵਾਲਾ ਤਾਂ ਨਾਰਮਲ ਜਾਂ ਇੱਥੋਂ ਥੋੜ੍ਹਾ ਆਊਗਾ, ਪਰ ਕੁਐਸਚਨ ਉੱਥੋਂ ਹੀ ਪਾਇਆ ਹੁੰਦਾ। ਫਿਰ ਅੱਗੇ ਅਸੀਂ ਸੋਚਦੇ ਹਾਂ ਇਹਨੂੰ ਧਿਆਨ ਨਾਲ ਹੀ ਪੜ੍ਹ ਲੈਂਦੇ ਅਸੀਂ। ਠੀਕ ਹੈ। ਤਾਂ ਕਿਤੋਂ ਵੀ ਕੁਐਸਚਨ ਆ ਸਕਦਾ ਤਾਂ ਹਰ ਇੱਕ ਚੀਜ਼ ਨੂੰ ਧਿਆਨ ਨਾਲ ਕਰੋ। ਲਾਹੌਰ ਦੀ ਪਹਿਲੀ ਸੰਧੀ, ਦੂਜੀ ਸੰਧੀ, ਭੈਰੋਵਾਲ ਦੀ ਸੰਧੀ ਜਾਂ ਫਿਰ ਕੋਈ ਵੀ ਨਹੀਂ। ਹੁਣ ਦੇਖੋ ਪਹਿਲੀ ਸੰਧੀ ਦੇ ਵਿੱਚ ਤਾਂ ਸੁਰੱਖਿਅਕ ਲਗਾਤਾ ਮਹਾਰਾਣੀ ਜਿੰਦਾ ਨੂੰ ਮਹਾਰਾਜਾ ਦਲੀਪ ਸਿੰਘ ਦਾ, ਫਿਰ ਹਟਾ ਵੀ ਦਿੱਤਾ। ਤਾਂ ਉਹ ਕਿਹੜੀ ਸੰਧੀ 'ਚ ਹਟਾਇਆ? ਹੁਣ ਦੇਖੋ ਦੂਜੀ 'ਚ ਨਹੀਂ ਹਟਾਇਆ। ਹੁਣ ਇਹ ਨਾ ਕਹੋ ਵੀ ਪਹਿਲੀ 'ਚ ਬਣਾਤਾ ਦੂਜੀ 'ਚ ਹਟਾਤਾ, ਨਹੀਂ ਹਟਾਇਆ ਦੂਜੀ 'ਚ। ਤਾਂ ਉਹ ਹਟਾਇਆ ਜੀ ਭੈਰੋਵਾਲ ਦੀ ਸੰਧੀ ਦੇ ਵਿੱਚ। ਭੈਰੋਵਾਲ ਦੀ ਸੰਧੀ ਦੇ ਵਿੱਚ ਮਹਾਰਾਣੀ ਜਿੰਦਾ ਨੂੰ ਉਹਨਾਂ ਦੇ ਸੁਰੱਖਿਅਕ ਦੇ ਰੂਪ ਤੋਂ ਹਟਾ ਦਿੱਤਾ ਗਿਆ ਤੇ ਉਹਨਾਂ ਦੀ 1.5 ਲੱਖ ਰੁਪਏ ਪੈਨਸ਼ਨ ਆ ਜਿਹੜੀ ਉਹ ਲਗਾ ਦਿੱਤੀ ਗਈ। ਠੀਕ ਹੈ ਜੀ। ਤੇ ਫਿਰ ਕੀ ਕੀਤਾ ਗਿਆ, ਸੁਰੱਖਿਅਕ ਹੁਣ ਉਹਨਾਂ ਨੂੰ ਤਾਂ ਹਟਾਤਾ। ਮਹਾਰਾਜਾ ਰਣਜੀਤ ਸਿੰਘ ਦੀ ਸੁਰੱਖਿਆ ਦੇ ਲਈ ਇੱਕ ਰੈਂਜ ਸੀ ਬਣਾਈ ਗਈ ਜਿਹਦੇ ਕਿ 8 ਮੈਂਬਰ ਸੀ। ਦੇਖੋ ਇੱਥੋਂ ਵੀ ਕੁਐਸਚਨ ਬਣ ਸਕਦਾ ਕਿ ਕਿਹੜੀ ਸੰਧੀ ਦੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੀ ਸੁਰੱਖਿਆ ਦੇ ਲਈ ਇੱਕ ਰੈਂਜ ਸੀ ਸਥਾਪਿਤ ਕੀਤੀ ਗਈ, ਤਾਂ ਉਹ ਹੈਗਾ ਭੈਰੋਵਾਲ ਦੀ ਸੰਧੀ। ਤੇ ਉਹਦੇ ਮੈਂਬਰ ਕਿੰਨੇ ਸੀਗੇ, ਉਹਦੇ 8 ਮੈਂਬਰ ਸੀ। ਇਹ ਤੁਸੀਂ ਨੇ ਯਾਦ ਰੱਖਣਾ। ਠੀਕ ਹੈ ਜੀ। ਦੂਜੀ ਸੰਧੀ ਦੇ ਬਾਰੇ ਜ਼ਿਆਦਾ ਕੁਝ ਇੰਪੋਰਟੈਂਟ ਨਹੀਂ ਹੈਗਾ, ਸਿਰਫ ਇੰਨਾ ਕੁ ਹੈ ਕਿ ਉਹ ਕਦੋਂ ਹੋਈ, ਉਹ ਹੋਈ ਸੀ ਜੀ 11 ਮਾਰਚ 1846 ਦੇ ਵਿੱਚ। ਯਾਦ ਰੱਖਣਾ, ਪਹਿਲੀ 9 ਮਾਰਚ 1846 ਤੇ ਦੂਜੀ ਹੋਈ ਸੀ 11 ਮਾਰਚ 1846। ਤੇ ਭੈਰੋਵਾਲ ਦੀ ਸੰਧੀ ਹੋਈ ਸੀ, ਇਹ ਮੈਂ ਵੈਸੇ ਕੁਐਸਚਨ ਪਹਿਲਾਂ ਵੀਡੀਓਜ਼ ਦੇ ਵਿੱਚ ਕਰਵਾਏ ਹੋਏ ਨੇ, ਚਲੋ ਆਪਾਂ ਰਿਪੀਟ ਕਰ ਲੈਂਦੇ ਹਾਂ। ਕਦੋਂ ਹੋਈ ਸੀ ਭੈਰੋਵਾਲ ਦੀ ਸੰਧੀ? 16 ਦਸੰਬਰ 1846 ਦੇ ਵਿੱਚ। ਤੇ ਭੈਰੋਵਾਲ ਦੀ ਸੰਧੀ ਦੇ ਵਿੱਚ ਮਹਾਰਾਣੀ ਜਿੰਦਾ ਨੂੰ 1.5 ਲੱਖ ਰੁਪਏ ਪੈਨਸ਼ਨ ਲਗਾ ਦਿੱਤੀ ਗਈ ਤੇ ਉਹਨਾਂ ਨੂੰ ਮਹਾਰਾਜਾ ਦਲੀਪ ਸਿੰਘ ਦੇ ਸੁਰੱਖਿਅਕ ਦੇ ਰੂਪ ਤੋਂ ਸੁਰੱਖਿਅਕ ਦੀ ਪਦਵੀ ਤੋਂ ਹਟਾ ਦਿੱਤਾ ਗਿਆ। ਠੀਕ ਆ ਜੀ। ਹੁਣ ਦੇਖੋ ਪਹਿਲੀ ਸੰਧੀ ਦੇ ਤੇ ਭੈਰੋਵਾਲ ਦੀ ਸੰਧੀ ਦੇ ਜਿਹੜੇ ਵੀ ਫੈਕਟਸ ਨੇ ਉਹਨਾਂ ਨੂੰ ਤੁਸੀਂ ਯਾਦ ਰੱਖਣਾ ਕਿਉਂਕਿ ਉਹਨਾਂ ਵਿੱਚੋਂ ਕੁਐਸਚਨ ਤੁਹਾਡਾ ਬਣ ਸਕਦਾ ਹੈ। ਦੂਜਾ ਐਂਗਲੋ ਸਿੱਖ ਯੁੱਧ ਕਦੋਂ ਹੋਇਆ? ਹੁਣ ਦੇਖੋ ਪਹਿਲਾ ਐਂਗਲੋ ਸਿੱਖ ਯੁੱਧ ਹੋ ਗਿਆ ਜੀ ਆਪਣਾ ਕੰਪਲੀਟ। ਉਦੋਂ ਬਾਅਦ ਪਹਿਲੀ ਐਂਗਲੋ ਸਿੱਖ ਯੁੱਧ ਤੋਂ ਬਾਅਦ ਜਿਹੜੀ ਸੰਧੀਆਂ ਹੋਈਆਂ ਉਹ ਵੀ ਆਪਣੇ ਹੋ ਗਏ ਕੰਪਲੀਟ। ਨੈਕਸਟ ਦਾ ਹੁਣ ਆਪਣੇ ਕੋਲ ਆ ਗਿਆ ਦੂਜਾ ਆ ਗਿਆ ਜੀ 45-46। ਲੇਕਿਨ ਇਹਨੂੰ ਤੁਸੀਂ ਵੀਡੀਓ ਨੂੰ ਨਾ ਇੱਕ ਵਾਰੀ ਪੂਰਾ ਧਿਆਨ ਨਾਲ ਦੇਖ ਦਿਓ ਤਾਂ ਤੁਸੀਂ ਕਿਤੋਂ ਵੀ ਤੁਹਾਨੂੰ ਐਂਗਲੋ ਸਿੱਖ ਯੁੱਧ ਦੇ ਵਿੱਚੋਂ ਕੁਐਸਚਨ ਆ ਜਾਏ ਤਾਂ ਤੁਸੀਂ ਉਹ ਗਲਤ ਨਹੀਂ ਕਰੋਗੇ। ਇਹ ਮੈਂ ਸ਼ੋਰਟਲੀ ਤੁਹਾਨੂੰ ਕਹਿ ਸਕਦੀ ਹਾਂ ਕਿਉਂਕਿ ਇੱਕ ਕੁਐਸਚਨ ਤੁਹਾਨੂੰ ਇਹਦੇ 'ਚ ਮੈਂ ਕਵਰ ਕਰਵਾ ਦੇਣਾ। ਠੀਕ ਹੈ ਜੀ। ਤਾਂ ਅੱਕਣਾ ਨਹੀਂ, ਥੱਕਣਾ ਨਹੀਂ। ਆਪਾਂ ਪਤਾ ਕੀ ਕਰਦੇ ਹਾਂ, MCQs ਐਵੇਂ ਹੁੰਦਾ, ਆਪਾਂ ਕੁਐਸਚਨ ਪੜ੍ਹ ਲਿਆ ਫਟਾਫਟ ਉਹਨੂੰ ਅੱਗੇ ਫਾਰਵਰਡ ਕਰਾਂਗੇ ਵੀ ਆਨਸਰ ਦੱਸ ਦਿਓ ਜੀ ਫਟਾਫਟ ਆਨਸਰ, ਫਿਰ ਉਦੋਂ ਬਾਅਦ ਅਗਲਾ ਕੁਐਸਚਨ ਆ ਜਾਏ ਉਹਦਾ ਆਨਸਰ ਆ ਜਾਏ। ਬਟ ਨਹੀਂ, ਇੱਦਾਂ ਨਾ ਕਰਿਆ ਕਰੋ ਕਿਉਂਕਿ ਕਿੰਨੇ ਕੁਐਸਚਨ ਤੁਹਾਡੇ ਐਕਸਟਰਾ ਫੈਕਟਸ ਦੇ ਵਿੱਚ ਕਵਰ ਹੁੰਦੇ ਨੇ। ਠੀਕ ਆ ਜੀ। ਐਕਸਟਰਾ ਫੈਕਟਸ ਇੱਕ ਤਰ੍ਹਾਂ ਦੀ ਥਿਊਰੀ ਹੀ ਕਵਰ ਹੋਈ ਹੈ ਵੀ ਕਿਤੋਂ ਵੀ ਕੁਐਸਚਨ ਆ ਜਾਏ ਤੁਸੀਂ ਉਹਨੂੰ ਅਟੈਂਪਟ ਕਰ ਦਿਓ ਈਜ਼ੀਲੀ। ਠੀਕ ਹੈ। ਤਾਂ ਤੁਸੀਂ ਉਹਨੂੰ ਸੁਣੋ ਧਿਆਨ ਦੇ ਨਾਲ। ਦੂਜਾ ਐਂਗਲੋ ਸਿੱਖ ਯੁੱਧ ਕਦੋਂ ਹੋਇਆ ਜੀ? 45-46, 48, 49, 49, 50, ਫਿਰ 44, 45, 1800 ਚਲੋ ਲਗਾ ਲਓ ਆਪਣੇ ਆਪ। ਠੀਕ ਹੈ ਜੀ। ਕਦੋਂ ਹੋਇਆ ਦੂਜਾ ਹੋਇਆ ਜੀ ਆਪਣਾ 48-49 ਦੇ ਵਿੱਚ। ਪਹਿਲਾ 45-46 ਤੇ ਦੂਜਾ ਹੋਇਆ 48-49 ਦੇ ਵਿੱਚ। ਦੂਜੇ ਐਂਗਲੋ ਸਿੱਖ ਯੁੱਧ 'ਚ ਕਿੰਨੀਆਂ ਲੜਾਈਆਂ ਹੋਈਆਂ?
2 4 5 या फिर 6 किन्नियां होईयां जी 4 लड़ाइयां। पहले दे विच होईयां 5 लड़ाइयां ते दूजे दे विच होईयां 4 लड़ाइयां। किहड़ियां किहड़ियां होईयां इन्हां नूं भी हुण ध्यान नाल सुन लो एंड नोट डाउन कर लो। इन्हां नूं भी तुसीं इदां ही सीक्वेंस याद करना ताकि तुहानूं अगले क्वेश्चन ईजीली याद हो जाण। रामनगर, मान लो भी दूजे एंग्लो सिख युद्ध की जी पहली लड़ाई है वो राम जी के नाम तो शुरू होगी, परमात्मा के नाम तो शुरू होगी। आप कोई भी काम करते हैं ना परमात्मा के नाम तो ही शुरू करते हैं, ट्रिक ही लगाना जिदा भी लगा लो, ठीक है। रामनगर की लड़ाई, फिर आ गई चिल्लियावाला, फिर मुल्तान, फिर गुजरात। रामनगर, चिल्लियावाला, मुल्तान, गुजरात, इनू इदा ही याद करना तुसी ने, ठीक है जी। दूजे एंग्लो सिख युद्ध में रामनगर की लड़ाई कदों हुई? हुण कदों हुई जी पहली लड़ाई रामनगर की? 22 नवंबर 1848, ठीक है जी, 22 नवंबर 1848। हुण देखो इहदे विच की आ 48 दे विच होई एक लड़ाई, याद रखना। पहला वाला जिहड़ा एंग्लो सिख वॉर फस्ट पढ़िया उहदे विच 2 होईयां 45 च, 3 होईयां 46 च, ठीक है। इहदे विच टोटल की आ अपने कोल हैगियां 4 ने, तो हाफ हाफ नहीं हैगियां, हमेशा ਜਿਹੜੀਆਂ ਨੈਕਸਟ ਵਾਲੇ ਈਅਰ ਦੀਆਂ ਵੱਧ ਰਹਿਣੀਆਂ, ਤੁਸੀਂ ਇਦਾਂ ਯਾਦ ਰੱਖੋ। ਤਾਂ ਪਹਿਲੀ ਲੜਾਈ 48 ਚ ਹੋਈ, ਤਾਂ ਅਗਲੀਆਂ ਜਿਹੜੀਆਂ ਵੀ ਨੇ ਤਾਂ ਉਹ ਹੋਣਗੀਆਂ ਤੁਹਾਡੀਆਂ 49 ਦੇ ਵਿੱਚ, ਤਿੰਨੋਂ। ਬਸ ਇੱਕ ਚੀਜ਼ ਯਾਦ ਰੱਖਣਾ 49 ਦੇ ਵਿੱਚ, ਡੇਟਸ ਆਪਾਂ ਯਾਦ ਕਰਦੇ ਜਾਵਾਂਗੇ। ਪਹਿਲੀ ਹੋ ਗਈ 22 ਨਵੰਬਰ ਨੂੰ। ਨੈਕਸਟ ਆ ਗਈ ਆਪਣੇ ਕੋਲ ਚਿੱਲਿਆਂਵਾਲਾ। ਚਿੱਲਿਆਂਵਾਲਾ ਦੀ ਲੜਾਈ ਕਦੋਂ ਹੋਈ? 22 ਜਨਵਰੀ 48, 13 जनवरी 49, 21 जनवरी 49 या फिर 8 ਦਸੰਬਰ 1848। ਹੁਣ ਦੇਖੋ 48 वाले ਤਾਂ ਕੱਟ दो क्योंकि 48 अपनी एक ही लड़ाई है 48 ਦੇ ਵਿੱਚ। ਨੈਕਸਟ ਹੈਗੀ ਆਪਣੇ ਕੋਲ 2, 13 जनवरी ਤੇ 21 फरवरी। ਤਾਂ ਦੂਜੀ ਹੋਈ ਜੀ ਸਾਡੇ ਕੋਲ 13 जनवरी 1849, ਠੀਕ ਹੈ ਜੀ। ਪਹਿਲੀ 22 ਨਵੰਬਰ, ਦੈਨ 13 जनवरी। नैक्सट आ गई जी अपने को मुल्तान की लड़ाई, कदों हुई? 22 जनवरी 49, 23 जनवरी 1849, 24 जनवरी या फिर 25 जनवरी 1849। मुल्तान की लड़ाई हुई जी अपने को 22 जनवरी 1849 दे विच, 22 जनवरी 1849 दे विच। गुजरात की लड़ाई कदों हुई? 21 जनवरी 48, 22 जनवरी 1849, 21 फरवरी 1849 या फिर 22 फरवरी 1849। गुजरात की लड़ाई कदों हुई जी साड़ी? 21 फरवरी 1849, ठीक है जी। तो याद रखना 48 पहली, तीजी 49 डेट्स ने। 22 नवंबर रामनगर, 13 जनवरी चिल्लियावाला, 22 जनवरी मुल्तान ते 21 फरवरी गुजरात, ठीक है जी। याद रखना इन्हों चंगी तरह, ठीक है। कोई भी लड़ाई थानू आ सकती है। नैक्सट आ गया दूजे एंग्लो सिख युद्ध की किहड़ी लड़ाई नूं गन्ना की लड़ाई कहा जाता है जी? रामनगर की, चिल्लियावाला, मुल्तान या फिर गुजरात की लड़ाई। तो दूजे एंग्लो सिख युद्ध विच जो गुजरात की लड़ाई आ उन्होंने असी गन्ना की लड़ाई के नाम नाल भी जानते हैं, बैटल ऑफ गन्स, ठीक है जी। पहले एंग्लो सिख युद्ध की किहड़ी लड़ाई नूं वाटरलू की कहा जाता है जी, याद रखना। सुभराऊ दी नूं ते दूजे एंग्लो सिख युद्ध की गुजरात की। तो जरूरी नहीं तुहानूं उत्थे फस्ट एंग्लो सिख वॉर एंड सैकंड एंग्लो सिख वॉर नाल दिता होवे, तो तुहानूं इदां भी आ सकदा है कि गुजरात की लड़ाई नूं किस लड़ाई के नाम नाल जाणिया जांदा, तां गन्ना की लड़ाई, या फिर गन्ना की लड़ाई किहड़ी लड़ाई नूं कहा जांदा, तां गुजरात की लड़ाई, किसी भी तरीके नाल आ सकदा है, तां तुसीं याद रखना। नैक्सट आ गया जी दूजे एंग्लो सिख युद्ध की रामनगर की लड़ाई विच सिखां की अगवाई किसने की सी? देखो पहले दियां भी आपां पढ़ियां ने, तां सेम आपां दूजे दियां भी पढ़नियां ने। शेर सिंह अटारी वाला, मूल राज श्याम सिंह अटारी वाला, या फिर दोनों, पहला ते दूजा। तो पहली लड़ाई है जी रामनगर की ओहदी कीती जी शेर सिंह अटारी वाला, ठीक है जी। पहली लड़ाई में शेर सिंह कहना मैं आऊँगा शेर बन के ते जितूंगा, ठीक है। पहली लड़ाई दे विच जो हैगी रामनगर की शेर सिंह अटारी वाला ने अगवाई की, ठीक है जी। पहले दे विचों भी देखो शेर सिंह अटारी वाला ने की, दूजा आ गया चिल्लियावाला, चिल्लियावाला दे विच भी शेर सिंह अटारी वाला ने की, ये भी तुसीं याद रखना, ठीक है। पहला शेर सिंह अटारी वाला, नैक्सट रामनगर तो बाद चिल्लियावाला भी शेर सिंह अटारी वाला ने ही की। दैन अपने कोल आ गया ते गुजरात, ये भी याद रखना, गुजरात की लड़ाई की भी जो हैगी आ चौथी, पहली दूजी एंड चौथी, ओह भी शेर सिंह अटारी वाला ने ही की। सिर्फ एक लड़ाई दे विच जो हैगा दूजे एंग्लो सिख युद्ध विच परसन चेंज होया,
ਉਹ ਕਿਹੜੀ ਆ ਸਾਡੀ ਮੁਲਤਾਨ ਦੀ ਲੜਾਈ। ਠੀਕ ਹੈ ਜੀ। ਕਿਹਨੇ ਕੀਤੀ? ਰਾਮ ਸਿੰਘ, ਲਾਲ ਸਿੰਘ, ਮੂਲ ਰਾਜ ਜਾਂ ਫਿਰ ਸ਼ੇਰ ਸਿੰਘ ਅਟਾਰੀ ਵਾਲਾ। ਸ਼ੇਰ ਸਿੰਘ ਅਟਾਰੀ ਵਾਲਾ ਨੇ ਤਾਂ ਨਹੀਂ ਕੀਤੀ ਕਿਉਂਕਿ ਉਹਨਾਂ ਨੇ ਜਿਹੜੀ ਹੈਗੀ ਰਾਮਨਗਰ ਚਿੱਲਿਆਂਵਾਲਾ ਨੂੰ ਗੁਜਰਾਤ ਦੀ ਅਗਵਾਈ ਕੀਤੀ ਆ। ਠੀਕ ਆ ਜੀ। ਦੈਨ ਆ ਗਿਆ ਮੂਲ ਰਾਜ। ਬਸ ਤੁਸੀਂ ਯਾਦ ਰੱਖਣਾ ਮੁਲਤਾਨ ਐਂਡ ਮੂਲ ਰਾਜ। ਮੁਲਤਾਨ ਤੋਂ ਮੂਲ ਰਾਜ ਯਾਦ ਰੱਖਣਾ, ਮੰਮੇ ਤੇ ਠੀਕ ਹੈ ਜੀ ਮੂਲ ਰਾਜ ਤੇ ਮੰਮੇ ਤੇ ਹੀ ਮੁਲਤਾਨ। ਠੀਕ ਹੈ। ਹੁਣ ਤਿੰਨ ਦੇ ਵਿੱਚ ਆ ਗਿਆ ਸ਼ੇਰ ਸਿੰਘ ਅਟਾਰੀ ਵਾਲਾ, ਚੌਥੇ ਮੁਲਤਾਨ ਐਂਡ ਮੂਲ ਰਾਜ। ਇਹਨੂੰ ਇੱਦਾਂ ਯਾਦ ਕਰ ਲਿਓ। ਨੈਕਸਟ ਆ ਗਿਆ ਜੀ ਅੰਗਰੇਜ਼ਾਂ ਦੀ ਅਗਵਾਈ। ਦੂਜੇ ਐਂਗਲੋ ਸਿੱਖ ਯੁੱਧ ਦੀ ਮੁਲਤਾਨ ਦੀ ਲੜਾਈ ਵਿੱਚ ਅੰਗਰੇਜ਼ਾਂ ਦੀ ਅਗਵਾਈ ਕਿਸ ਨੇ ਕੀਤੀ? ਹੁਣ ਦੇਖੋ ਇਹਦੇ ਵਿੱਚ ਵੀ ਸੇਮ ਹੀ ਆ, ਸਿਰਫ ਮੁਲਤਾਨ ਦੀ ਲੜਾਈ ਵਿੱਚ ਹੀ ਪਰਸਨ ਚੇਂਜ ਹੋਏਗਾ, ਬਾਕੀ ਤਿੰਨਾਂ ਦੇ ਵਿੱਚ ਸੇਮ ਹੀ ਰਹੇਗਾ। ਇਹਦੇ ਵਿੱਚ ਮੁਲਤਾਨ ਦੀ ਲੜਾਈ ਦੇ ਵਿੱਚ ਕਿਹਨੇ ਕੀਤੀ? ਸਰ ਗੋ, ਸਰ ਹੈਨਰੀ ਸਮਿਥ, ਜਨਰਲ ਵਿਨੈਸ਼ ਜਾਂ ਫਿਰ 1 and 2 ਦੋਵੇਂ। ਤਾਂ ਮੁਲਤਾਨ ਦੀ ਲੜਾਈ ਦੇ ਵਿੱਚ ਜਿਹੜੀ ਹੈਗੀ ਆ ਜੀ ਉਹ ਕੀਤੀ ਆ ਜਨਰਲ ਵਿਨੈਸ਼ ਨੇ। ਠੀਕ ਹੈ ਜੀ। ਜਨਰਲ ਵਿਨੈਸ਼ ਨੇ ਅੰਗਰੇਜ਼ਾਂ ਦੀ ਅਗਵਾਈ ਕੀਤੀ ਆ ਤੇ ਬਾਕੀ ਜਿਹੜੀਆਂ ਹੈਗੀਆਂ ਨੇ ਰਾਮਨਗਰ, ਚਿੱਲਿਆਂਵਾਲਾ ਐਂਡ ਗੁਜਰਾਤ, ਉਹਦੇ ਵਿੱਚ ਕੀਤੀ ਆ ਜੀ ਸਰ ਗੋ ਨੇ। ਯਾਦ ਰੱਖਣਾ ਸਰ ਗੋ ਨੇ ਤੇ ਆਪਣੀ ਮੁਲਤਾਨ ਦੀ ਕੀਤੀ ਆ ਜਨਰਲ ਵਿਨੈਸ਼ ਨੇ। ਠੀਕ ਹੈ ਜੀ। ਯਾਦ ਰੱਖਣਾ ਹੁਣ ਤੁਸੀਂ ਸਾਰੀਆਂ ਇਹ ਰਾਮਨਗਰ, ਚਿੱਲਿਆਂਵਾਲਾ, ਗੁਜਰਾਤ ਕਿਹਨੇ ਕੀਤੀ ਆ ਸੈਕਿੰਡ ਐਂਗਲੋ ਸਿੱਖ ਵਾਰ ਦੀਆਂ ਲੜਾਈਆਂ? ਸ਼ੇਰ ਸਿੰਘ ਅਟਾਰੀ ਵਾਲਾ। ਮੁਲਤਾਨ ਦੀ ਕੀਤੀ ਆ ਮੂਲ ਰਾਜ ਨੇ। ਠੀਕ ਹੈ ਜੀ। ਤਾਂ ਅੰਗਰੇਜ਼ਾਂ ਦੀ ਕਿਵੇਂ ਕੀਤੀ? ਇਹ ਸਿੱਖਾਂ ਦੀ ਅਗਵਾਈ ਹੋ ਗਈ। ਤਾਂ ਅੰਗਰੇਜ਼ਾਂ ਦੀ ਸਰਗੋ ਨੇ ਕੀਤੀਆਂ 3 ਲੜਾਈਆਂ, ਰਾਮਨਗਰ, ਚਿੱਲਿਆਂਵਾਲਾ ਐਂਡ ਗੁਜਰਾਤ। ਤਾਂ ਜਿਹੜੀ ਤੀਜੀ ਸਿਰਫ ਮੁਲਤਾਨ ਦੀ ਰਹਿ ਗਈ ਉਹ ਕੀਤੀ ਜਨਰਲ ਵਿਨੈਸ਼ ਨੇ। ਠੀਕ ਹੈ ਜੀ। ਨੈਕਸਟ ਆ ਗਿਆ ਜੀ ਆਪਣਾ ਦੂਜੇ ਐਂਗਲੋ ਸਿੱਖ ਤੋਂ ਬਾਅਦ ਸਿੱਖ ਯੁੱਧ ਤੋਂ ਬਾਅਦ ਆਏਗਾ। ਸਾਰੇ ਕਿਤੇ ਹੀ ਟਾਈਪਿੰਗ ਮਿਸਟੇਕ ਆ, ਵੇਟ ਕਰੋ। ਹਾਂਜੀ, ਐਂਗਲੋ ਸਿੱਖ ਯੁੱਧ ਤੋਂ ਬਾਅਦ ਯੁੱਧ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਅਤੇ ਲਾਰਡ ਡਲਹੌਜ਼ੀ ਵਿਚਕਾਰ ਸੰਧੀ ਕਦੋਂ ਹੋਈ? ਹੁਣ ਦੇਖੋ ਪਹਿਲਾਂ ਦੇ ਵਿੱਚ ਆਪਾਂ ਨੂੰ ਪਾਇਆ ਗਿਆ ਸੀਗਾ ਕਿ ਕਿਹਦੇ ਵਿਚਕਾਰ ਸੰਧੀ ਹੋਈ, ਤਾਂ ਹੁਣ ਆਇਆ ਮਹਾਰਾਜਾ ਦਲੀਪ ਸਿੰਘ ਤੇ ਲਾਰਡ ਡਲਹੌਜ਼ੀ ਦੇ ਵਿਚਕਾਰ ਹੋਈ। ਤੇ ਉਹ ਹੋਈ ਕਦੋਂ ਆ? 28 ਮਾਰਚ 1849, 29 ਮਾਰਚ 1849, 30 ਮਾਰਚ 1849 ਜਾਂ ਫਿਰ 31 ਮਾਰਚ 1849। ਤਾਂ ਦੂਜੇ ਐਂਗਲੋ ਸਿੱਖ ਯੁੱਧ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਤੇ ਡਲਹੌਜ਼ੀ ਦੇ ਵਿਚਕਾਰ ਜੋ ਸੰਧੀ ਆ ਉਹ ਹੋਈ ਹੈ ਜੀ ਸਾਡੀ 29 ਮਾਰਚ 1849 ਨੂੰ। ਠੀਕ ਹੈ ਜੀ। ਯਾਦ ਰੱਖਣਾ 29 ਮਾਰਚ 1849 ਨੂੰ। ਤੇ ਇੱਦਾਂ ਵੀ ਆ ਸਕਦੇ ਕਿਹਦੇ ਵਿਚਕਾਰ ਹੋਈ? ਤਾਂ ਦਲੀਪ ਸਿੰਘ ਐਂਡ ਲਾਰਡ ਡਲਹੌਜ਼ੀ। ਤੇ ਉਸ ਸਮੇਂ ਜੋ ਗਵਰਨਰ ਜਨਰਲ ਆਫ ਇੰਡੀਆ ਸੀ ਉਹ ਲਾਰਡ ਡਲਹੌਜ਼ੀ ਸੀ। ਠੀਕ ਹੈ ਜੀ। ਪੰਜਾਬ ਦਾ ਪਹਿਲਾ ਲੈਫਟੀਨੈਂਟ ਗਵਰਨਰ ਕਿਸ ਨੂੰ ਨਿਯੁਕਤ ਕੀਤਾ ਗਿਆ? ਹੁਣ ਦੇਖੋ ਥੋੜੇ ਜਿਹੇ ਕੁਐਸਚਨ ਆਪਣੀ ਦੋਨੋਂ ਵਾਰਸ ਤੋਂ ਬਾਅਦ ਆ ਗਏ, ਜਿਹੜੇ ਵੀ ਆਪਣੇ ਥੋੜੇ ਜਿਹੇ ਕੁਐਸਚਨ ਹੀ ਬਣਦੇ ਨੇ ਵੈਸੇ ਪੰਜਾਬ ਅੰਡਰ ਬ੍ਰਿਟਿਸ਼ ਰਾਜ ਦੇ ਨਾਲ ਰਿਲੇਟਡ। ਇਹਦੇ ਵਿੱਚੋਂ ਅਕਸਰ ਕੁਐਸਚਨ ਆਉਂਦਾ ਹੀ ਆਉਂਦਾ। ਜਿਹੜੇ ਲੇਟੈਸਟ ਪੇਪਰ ਹੋਏ ਨੇ ਹੁਣ ਆਪਣੇ ਉਹਦੇ ਵਿੱਚ ਇਹਨਾਂ ਦੇ ਵਿੱਚੋਂ ਕੁਐਸਚਨ ਪੁੱਟ ਕੀਤਾ ਗਿਆ, ਥੋੜਾ ਘੁਮਾ ਕੇ ਕੁਐਸਚਨ ਪੁੱਛਿਆ ਜਾਂਦਾ ਇਹਦੇ ਵਿੱਚੋਂ। ਠੀਕ ਆ ਜੀ। ਤਾਂ ਤੁਹਾਨੂੰ ਮੈਂ ਕਰਵਾਉਣੀ ਆ ਹੀ, ਤਾਂ ਇਹਨੂੰ ਪੂਰੇ ਨੂੰ ਜਿੰਨਾ ਵੀ ਮੈਂ ਬੋਲੂੰਗੀ ਨਾ ਹੁਣ ਵਾਲਾ ਪੋਰਸ਼ਨ ਇਹਨੂੰ ਬਿਲਕੁਲ ਵੀ ਕੱਟ ਨਹੀਂ ਕਰਨਾ। ਠੀਕ ਆ, ਉਹਨੂੰ ਪੂਰੇ ਧਿਆਨ ਨਾਲ ਸੁਣਨਾ। ਪੰਜਾਬ ਦਾ ਪਹਿਲਾ ਲੈਫਟੀਨੈਂਟ ਗਵਰਨਰ ਕਿਸ ਨੂੰ ਨਿਯੁਕਤ ਕੀਤਾ ਗਿਆ? ਸਰ ਜੌਨ ਲਾਰੈਂਸ, ਸਰ ਹੈਨਰੀ ਲਾਰੈਂਸ, ਸਰ ਡੋਨਾਲਡ ਮੈਕਲੌਡ ਐਂਡ ਸਰ ਵਿਲੀਅਮ ਬੈਂਟਿਕ ਨੂੰ। ਜਿਹੜਾ ਪੰਜਾਬ ਦਾ ਪਹਿਲਾ ਲੈਫਟੀਨੈਂਟ ਗਵਰਨਰ ਸੀ ਉਹ ਹੈਗਾ ਸੀ ਜੀ ਸਰ ਜੌਨ ਲਾਰੈਂਸ। ਠੀਕ ਹੈ ਜੀ। ਹੁਣੇ ਜੇ ਪਿੱਛੇ ਪੇਪਰ ਆਈ ਥਿੰਕ ਕਲਰਕ ਦਾ ਸੀ ਜਾਂ CCDEO ਦਾ ਸੀ, ਸ਼ਾਇਦ CCDEO ਉਹਦੇ ਵਿੱਚ ਇੱਕ ਕੁਐਸਚਨ ਹੈ ਹੈਨਰੀ ਲਾਰੈਂਸ ਦਾ ਸੀਗਾ। ਦੇਖੋ ਕਿੱਥੋਂ ਉਹਨਾਂ ਨੇ ਕੁਐਸਚਨ ਚੱਕ ਕੇ ਪਾਇਆ ਕਿ 1849 ਦੇ ਬਾਅਦ ਨਾ ਇੱਕ ਜਿਹੜੀ ਹੈਗੀ ਸੀ ਬੋਰਡ ਆਫ ਐਡਮਿਨਿਸਟ੍ਰੇਸ਼ਨ ਜਿਹੜੀ ਬਣਾਈ ਗਈ ਸੀਗੀ, ਉਹਦਾ ਜੋ ਹੈਗਾ ਸੀ ਪ੍ਰੈਜ਼ੀਡੈਂਟ ਕੌਣ ਸੀਗਾ? ਉਹਦਾ ਪ੍ਰੈਜ਼ੀਡੈਂਟ ਹੈਗਾ ਸੀ ਸਰ ਹੈਨਰੀ ਲਾਰੈਂਸ। ਉਹਦੇ ਵਿੱਚ ਦੇਖੋ ਸਾਨੂੰ ਜੌਨ ਲਾਰੈਂਸ ਵੀ ਦਿੱਤਾ ਹੋਇਆ ਸੀ ਤੇ ਸਾਨੂੰ ਜੌਨ ਐਂਡ ਹੈਨਰੀ ਦੇ ਵਿੱਚ ਦੋਨਾਂ ਦੇ ਵਿੱਚ ਕਨਫਿਊਜ਼ਨ ਹੁੰਦੀ ਆ। ਤਾਂ ਜਿਹੜਾ ਜੌਨ ਲਾਰੈਂਸ ਸੀ ਉਹ ਹੈਗਾ ਸੀ ਸਾਡਾ ਫਸਟ ਲੈਫਟੀਨੈਂਟ ਗਵਰਨਰ। ਉਹ ਕਦੋਂ ਬਣਿਆ? ਜਿਹੜਾ ਪਹਿਲਾ ਜੌਨ ਹੈਨਰੀ ਲਾਰੈਂਸ ਆ ਉਹ ਜਿਹੜੀ ਬੋਰਡ ਆਫ ਐਡਮਿਨਿਸਟ੍ਰੇਸ਼ਨ ਬਣਾਈ ਗਈ ਸੀ 1849 ਦੇ ਬਾਅਦ। 1800 ਉਦੋਂ ਜਿਹੜਾ ਹੈਗਾ ਸੀਗਾ ਉਹ ਹੈਨਰੀ ਲਾਰੈਂਸ ਉਹਦਾ ਪ੍ਰੈਜ਼ੀਡੈਂਟ ਸੀਗਾ। ਉਸ ਤੋਂ ਬਾਅਦ ਜਿਹੜੀ ਉਹ ਬੋਰਡ ਆਫ ਐਡਮਿਨਿਸਟ੍ਰੇਸ਼ਨ ਆ ਉਹ 1853 ਦੇ ਵਿੱਚ ਐਬੋਲਿਸ਼ਡ ਕਰ ਦਿੱਤੀ ਗਈ, ਉਹਨੂੰ ਖਤਮ ਕਰ ਦਿੱਤਾ ਗਿਆ। ਤਾਂ ਇਹ ਵੀ ਇੱਕ ਕੁਐਸਚਨ ਬਣ ਜਾਂਦਾ ਕਿ ਜਿਹੜੀ ਬੋਰਡ ਆਫ ਐਡਮਿਨਿਸਟ੍ਰੇਸ਼ਨ ਆ ਉਹਨੂੰ ਜਿਹੜਾ ਐਬੋਲਿਸ਼ ਕਦੋਂ ਕੀਤਾ ਗਿਆ?
ਉਹ ਕੀਤਾ ਗਿਆ 1853 ਦੇ ਵਿੱਚ। 1853 ਦੇ ਵਿੱਚ ਉਹਨੂੰ ਖਤਮ ਕਰਨ ਤੋਂ ਬਾਅਦ ਫਿਰ ਜਿਹੜਾ ਪੰਜਾਬ ਸੂਬੇ ਦਾ ਜਿਹੜਾ ਕੰਟਰੋਲ ਸੀਗਾ ਉਹ ਜੌਨ ਲਾਰੈਂਸ ਦੇ ਹੱਥ ਦੇ ਵਿੱਚ ਦਿੱਤਾ ਗਿਆ ਤੇ ਫਸਟ ਚੀਫ ਕਮਿਸ਼ਨਰ ਉਹਨੂੰ ਬਣਾਇਆ ਗਿਆ। ਮਤਲਬ ਕਿ ਪਹਿਲਾਂ ਜਿਹੜਾ ਜਦੋਂ ਅੰਗਰੇਜ਼ਾਂ ਨੇ ਕਬਜ਼ਾ ਕੀਤਾ ਪੰਜਾਬ ਦੇ ਉੱਤੇ, ਉਸ ਤੋਂ ਬਾਅਦ ਜਿਹੜੀ ਪੰਜਾਬ ਨੂੰ ਕੰਟਰੋਲ ਕਰਨ ਦੇ ਲਈ ਬੋਰਡ ਆਫ ਐਡਮਿਨਿਸਟ੍ਰੇਸ਼ਨ ਬਣਾਈ ਗਈ, ਉਹਦਾ ਪ੍ਰਧਾਨ ਜੌਨ ਸਰ ਹੈਨਰੀ ਲਾਰੈਂਸ ਨੂੰ ਬਣਾਇਆ ਗਿਆ। ਫਿਰ 1853 ਦੇ ਵਿੱਚ ਜਦੋਂ ਉਹ ਖਤਮ ਹੋ ਗਈ, ਦੈਨ ਜੌਨ ਲਾਰੈਂਸ ਨੂੰ ਜਿਹੜਾ ਹੈਗਾ ਚੀਫ ਕਮਿਸ਼ਨਰ ਬਣਾਇਆ ਗਿਆ। ਠੀਕ ਹੈ ਜੀ। ਤੇ ਜੌਨ ਲਾਰੈਂਸ ਹੀ ਜੋ ਸੀ ਉਹ ਲੈਫਟੀਨੈਂਟ ਗਵਰਨਰ ਬਣੇ ਪੰਜਾਬ ਦੇ ਪਹਿਲੇ। ਤਾਂ ਪੰਜਾਬ ਦਾ ਪਹਿਲਾ ਲੈਫਟੀਨੈਂਟ, ਤੁਹਾਨੂੰ ਇਹ ਵੀ ਕੁਐਸਚਨ ਬਣ ਸਕਦਾ ਕਿ ਬੋਰਡ ਆਫ ਜਿਹੜਾ ਹੈਗਾ ਐਡਮਿਨਿਸਟ੍ਰੇਸ਼ਨ ਉਹਦੇ ਖਤਮ ਹੋਣ ਤੋਂ ਬਾਅਦ ਜਿਹੜੇ ਪੰਜਾਬ ਦੇ ਉੱਤੇ ਕੰਟਰੋਲ ਸੀ ਉਹ ਕਿਹਦੇ ਹੱਥ ਦੇ ਵਿੱਚ ਸੀ, ਤਾਂ ਉਹ ਜੌਨ ਲਾਰੈਂਸ ਦੇ ਵਿੱਚ ਸੀ। ਤੇ ਉਦੋਂ ਪਹਿਲਾਂ ਜੋ ਹੈਗਾ ਸੀਗਾ ਉਹ ਹੈਨਰੀ ਲਾਰੈਂਸ ਦੇ ਹੱਥ ਦੇ ਵਿੱਚ ਸੀ। ਠੀਕ ਹੈ ਜੀ। ਤੇ ਲੈਫਟੀਨੈਂਟ ਗਵਰਨਰ ਵੀ ਕਿਹਨੂੰ ਬਣਾਇਆ ਗਿਆ, ਜੌਨ ਲਾਰੈਂਸ ਨੂੰ। ਹੁਣ ਦੇਖੋ ਜੌਨ ਲਾਰੈਂਸ ਤੋਂ ਬਾਅਦ ਇਹਨੂੰ ਨੋਟ ਡਾਊਨ ਕਰਦੇ ਜਾਓ। ਠੀਕ ਹੈ ਜੀ, ਨੋਟ ਡਾਊਨ ਕਰਦੇ ਜਾਓ। ਜੌਨ ਲਾਰੈਂਸ ਤੋਂ ਬਾਅਦ ਫਿਰ ਜਦੋਂ ਜੌਨ ਲਾਰੈਂਸ ਲੈਫਟੀਨੈਂਟ ਗਵਰਨਰ ਬਣ ਕੇ ਹਟ ਗਿਆ, ਉਸ ਤੋਂ ਬਾਅਦ ਫਿਰ ਕੌਣ ਬਣਿਆ, ਇਹ ਵੀ ਕੁਐਸਚਨ ਬਣ ਸਕਦਾ ਕਿ ਜੌਨ ਲਾਰੈਂਸ ਤੋਂ ਬਾਅਦ ਲੈਫਟੀਨੈਂਟ ਗਵਰਨਰ ਕੌਣ ਬਣਿਆ, ਰੌਬਰਟ ਮੌਂਟਗੋਮੈਰੀ। ਜੌਨ ਲਾਰੈਂਸ ਤੋਂ ਬਾਅਦ ਬਣਿਆ ਮੌਂਟਗੋਮੈਰੀ, ਯਾਦ ਰੱਖਣਾ, ਰੌਬਰਟ ਮੌਂਟਗੋਮੈਰੀ। ਠੀਕ ਹੈ ਜੀ। ਦੈਨ ਫਿਰ ਕੀ ਹੋਇਆ, ਆਪਣਾ ਨੈਕਸਟ ਕੁਐਸਚਨ ਬਣਦਾ। ਚਲੋ 1865 ਦੇ ਵਿੱਚ ਪੰਜਾਬ ਦਾ ਲੈਫਟੀਨੈਂਟ ਗਵਰਨਰ ਕੌਣ ਸੀ, ਸਰ ਜੌਨ ਲਾਰੈਂਸ, ਸਰ ਮੁਨਰੋ, ਡੋਨਾਲਡ ਮੈਕਲੀਓਡ ਜਾਂ ਫਿਰ ਸਰ ਹੈਨਰੀ ਸਮਿਥ। ਠੀਕ ਹੈ। ਹੈਨਰੀ ਲਾਰੈਂਸ ਐਂਡ ਹੈਨਰੀ ਸਮਿਥ ਦੋਨੋਂ ਅਲੱਗ-ਅਲੱਗ ਨੇ। ਹੁਣ 1865 ਦੇ ਵਿੱਚ ਕੌਣ ਸੀਗਾ, ਉਹ ਹੈਗਾ ਸੀ ਜਾਂ ਲੈਫਟੀਨੈਂਟ ਗਵਰਨਰ ਡੋਨਾਲਡ ਮੈਕਲੀਓਡ। ਇਹ ਵਾਲਾ ਪੋਰਸ਼ਨ ਬਹੁਤ ਹੀ ਧਿਆਨ ਨਾਲ ਸੁਣਨਾ ਤੁਸੀਂ ਨੇ। 3 ਲੈਫਟੀਨੈਂਟ ਗਵਰਨਰ ਆਪਣੇ ਮੇਨ ਨੇ। ਠੀਕ ਹੈ ਜੀ। ਪਹਿਲਾ ਬਣਿਆ ਆਪਣਾ ਜੌਨ ਲਾਰੈਂਸ, ਉਸ ਤੋਂ ਬਾਅਦ में ਫਿਰ ਬਣਿਆ ਮੌਂਟਗੋਮੈਰੀ। ਨੈਕਸਟ ਫਿਰ 1865 ਦੇ ਵਿੱਚ ਜਿਹੜਾ ਰੌਬਰਟ ਮੌਂਟਗੋਮੈਰੀ ਆ ਉਹ ਰਿਜ਼ਾਈਨ ਦੇ ਗਿਆ। ਦੈਨ ਫਿਰ ਬਣਿਆ ਆਪਣੇ ਕੋਲ ਮੈਕਲੀਓਡ, ਡੋਨਾਲਡ ਮੈਕਲੀਓਡ। ਇਹ ਯਾਦ ਰੱਖਣੇ ਨੇ ਤਿੰਨੋਂ, ਜੌਨ ਲਾਰੈਂਸ ਫਸਟ, ਨੈਕਸਟ ਰੌਬਰਟ ਮੌਂਟਗੋਮੈਰੀ। ਫਿਰ 1865 ਦੇ ਵਿੱਚ ਜਦੋਂ ਮੌਂਟਗੋਮੈਰੀ ਅਸਤੀਫਾ ਦੇ ਗਿਆ, ਦੈਨ ਬਣਿਆ ਡੋਨਾਲਡ ਮੈਕਲੀਓਡ। ਠੀਕ ਹੈ ਜੀ। ਇਹ ਸੀਗੇ ਆਪਣੇ 3 ਮੇਨ ਜਿਹੜੇ ਹੈਗੇ ਨੇ ਲੈਫਟੀਨੈਂਟ ਗਵਰਨਰਸ। ਨੈਕਸਟ ਫਿਰ ਆ ਗਿਆ ਆਪਣੇ ਕੋਲ 1867 ਦੇ ਵਿੱਚ ਪੰਜਾਬ ਵਿੱਚ ਚੀਫ ਕੋਰਟ ਬਣਿਆ। ਸਭ ਤੋਂ ਪਹਿਲਾਂ ਇਸ ਦੀ ਪ੍ਰਧਾਨਗੀ ਦਾ ਅਹੁਦਾ ਕਿਸਨੇ ਸੰਭਾਲਿਆ, ਸਰ ਰੌਬਰਟ ਮੌਂਟਗੋਮੈਰੀ, ਮਿਸਟਰ ਈ ਪ੍ਰਿੰਸਪ, ਹੈਨਰੀ ਸਮਿਥ ਤੇ ਹੈਨਰੀ ਲਾਰੈਂਸ। ਹੁਣ ਦੇਖੋ ਇਹਦੇ ਵਿੱਚੋਂ ਹੈਨਰੀ ਲਾਰੈਂਸ ਨੂੰ ਕੱਟ ਕਰ ਦਿਓ ਕਿਉਂਕਿ ਸਟਾਰਟਿੰਗ ਦੇ ਵਿੱਚ ਜਿਹੜਾ ਹੈਗਾ ਸੀਗਾ ਉਹ ਇਹਦੇ ਹੱਥ ਦੇ ਵਿੱਚ ਹੀ ਸੀਗਾ, ਜਿਹੜਾ ਪੰਜਾਬ ਦੇ ਉੱਤੇ ਆਪਣਾ ਕੰਟਰੋਲ ਸੀਗਾ। ਠੀਕ ਹੈ। ਹੈਨਰੀ ਸਮਿਥ ਦਾ ਕੋਈ ਲੈਣਾ ਦੇਣਾ ਨਹੀਂ, ਉਹ ਵੀ ਨਹੀਂ ਹੈਗਾ ਇੱਥੇ। ਮੌਂਟਗੋਮੈਰੀ ਸੀ ਜਿਹੜਾ, ਉਹ ਕੌਣ ਬਣਿਆ ਸੀਗਾ, ਸਰ ਜੌਨ ਲਾਰੈਂਸ ਤੋਂ ਬਾਅਦ ਲੈਫਟੀਨੈਂਟ ਗਵਰਨਰ ਬਣਿਆ ਸੀਗਾ। ਹੁਣ ਆਪਣੇ ਕੋਲ ਬਣ ਗਿਆ ਮਿਸਟਰ ਈ ਪ੍ਰਿੰਸਪ। ਤਾਂ ਫਿਰ ਜਿਹੜਾ 1867 ਦੇ ਵਿੱਚ ਚੀਫ ਕੋਰਟ ਬਣਿਆ ਸੀ, ਇਹਦੇ ਬਾਰੇ ਵੀ ਸੁਣ ਲਓ ਥੋੜ੍ਹਾ ਜਿਹਾ। ਈ ਪ੍ਰਿੰਸਪ ਜਿਹੜਾ ਬਣਿਆ ਸੀ ਚੀਫ ਕੋਰਟ ਦਾ ਪਹਿਲਾ ਪ੍ਰਧਾਨ ਬਣਿਆ ਸੀ। ਦੇਖੋ 1865 ਦੇ ਵਿੱਚ ਮੈਕਲੀਓਡ, ਰੌਬਰਟ ਰਿਜ਼ਾਈਨ ਦੇ ਗਿਆ, ਦੈਨ ਮੈਕਲੀਓਡ ਹੈਗਾ ਜਿਹੜਾ ਉਹ ਲੈਫਟੀਨੈਂਟ ਗਵਰਨਰ ਬਣ ਗਿਆ। 1867 ਦੇ ਵਿੱਚ ਜਿਹੜਾ ਹੈਗਾ ਜੁਡੀਸ਼ੀਅਲ ਕਮਿਸ਼ਨਰ ਐਬੋਲਿਸ਼ਡ ਹੋ ਗਿਆ, ਮਤਲਬ ਕਿ ਜਿਹੜੇ ਲੈਫਟੀਨੈਂਟ ਗਵਰਨਰ ਬਣਦੇ ਸੀਗਾ ਇਹ ਅਹੁਦੇ ਖਤਮ ਕਰ ਦਿੱਤੇ ਗਏ। ਫਿਰ ਸਾਡੇ ਕੋਲ ਇੱਕ ਚੀਫ ਕੋਰਟ ਬਣਿਆ 1867 ਦੇ ਵਿੱਚ। ਫਿਰ ਉਹਦਾ ਪਹਿਲਾ ਪ੍ਰਧਾਨ ਬਣਾਇਆ ਗਿਆ ਮਿਸਟਰ ਈ ਪ੍ਰਿੰਸਪ ਨੂੰ। ਠੀਕ ਹੈ ਜੀ। ਹੁਣ ਜਿਹੜਾ ਇਹ ਹੈ ਮੇਨ ਤੁਸੀਂ ਯਾਦ ਰੱਖਣਾ। ਠੀਕ ਹੈ। 29 ਦੂਜੇ ਐਂਗਲੋ ਸਿੱਖ ਯੁੱਧ ਤੋਂ ਬਾਅਦ 29 ਮਾਰਚ 1849 ਨੂੰ ਲਾਰਡ ਡਲਹੌਜ਼ੀ ਐਂਡ ਦਲੀਪ ਸਿੰਘ ਦੇ ਵਿਚਕਾਰ ਇੱਕ ਸੰਧੀ ਹੋਈ। ਠੀਕ ਹੈ। ਤੇ ਜਿਹੜਾ ਹੈਗਾ 1849 ਦੇ ਵਿੱਚ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ, ਜਿਹਦੇ ਵਿੱਚ ਸਭ ਤੋਂ ਪਹਿਲਾਂ ਇੱਕ ਬੋਰਡ ਆਫ ਐਡਮਿਨਿਸਟ੍ਰੇਸ਼ਨ ਬਣਾਇਆ ਗਿਆ। ਹੈਨਰੀ ਸਮਿਥ ਉਹਦਾ ਪ੍ਰਧਾਨ ਬਣਿਆ। ਦੈਨ ਫਿਰ ਬੋਰਡ ਆਫ ਐਡਮਿਨਿਸਟ੍ਰੇਸ਼ਨ 1853 ਦੇ ਵਿੱਚ ਖਤਮ ਕਰ ਦਿੱਤਾ ਗਿਆ। ਦੈਨ ਜੌਨ ਲਾਰੈਂਸ ਦੇ ਹੱਥ 'ਚ ਪ੍ਰਧਾਨਗੀ ਆਈ ਤੇ ਉਹਨੂੰ ਲੈਫਟੀਨੈਂਟ ਗਵਰਨਰ ਬਣਾਇਆ ਗਿਆ। ਲੈਫਟੀਨੈਂਟ ਗਵਰਨਰ ਜੌਨ ਲਾਰੈਂਸ ਤੋਂ ਬਾਅਦ ਰੌਬਰਟ ਮੌਂਟਗੋਮੈਰੀ ਬਣਿਆ। 1865 ਦੇ ਵਿੱਚ ਮੌਂਟਗੋਮੈਰੀ ਅਸਤੀਫਾ ਦੇ ਗਿਆ। ਉਸ ਤੋਂ ਬਾਅਦ ਮੈਂ ਕੌਣ ਬਣਿਆ ਜੀ, ਮੈਕਲੀਓਡ, ਡੋਨਾਲਡ ਮੈਕਲੀਓਡ ਬਣਿਆ। ਇਹ ਤਿੰਨੋਂ ਹੋ ਗਏ। ਉਸ ਤੋਂ ਬਾਅਦ ਮੈਂ ਆਪਣੇ ਕੋਲ ਜਿਹੜੀ ਇਹ ਅਹੁਦੇ ਹੀ ਖਤਮ ਹੋ ਗਏ ਲੈਫਟੀਨੈਂਟ ਗਵਰਨਰ ਦੇ। 1867 ਦੇ ਵਿੱਚ ਫਿਰ ਆਪਣੇ ਕੋਲ ਜੁਡੀਸ਼ੀਅਲ ਕਮਿਸ਼ਨਰ ਖਤਮ ਹੋਣ ਤੋਂ ਬਾਅਦ ਮੈਂ ਇੱਕ ਚੀਫ ਕੋਰਟ ਐਸਟੈਬਲਿਸ਼ ਹੋਇਆ। ਉਹਦਾ ਪਹਿਲਾ ਪ੍ਰਧਾਨ ਮਿਸਟਰ ਈ ਪ੍ਰਿੰਸਪ ਬਣਿਆ। ਠੀਕ ਆ ਜੀ। ਹੁਣ ਇਹ ਸੀਗੇ ਆਪਣੇ ਪਹਿਲੇ ਐਂਗਲੋ ਸਿੱਖ ਯੁੱਧ ਵਾਰ। ਦੂਜਾ ਹੋ ਗਿਆ ਐਂਗਲੋ ਸਿੱਖ ਯੁੱਧ ਵਾਰ
ठीक है जी। ਤੇ ਪੰਜਾਬ ਅੰਡਰ ਬ੍ਰਿਟਿਸ਼ ਰਾਜ ਦੇ ਨਾਲ ਆਪਣੇ ਜਿੰਨੇ ਇੰਪੋਰਟੈਂਟ ਕੁਐਸਚਨ ਬਣਦੇ ਸੀ ਉਹ ਤੁਹਾਡੇ ਕਵਰ ਹੋ ਗਏ। ਜਿਹੜੇ MCQs 'ਚ ਨਹੀਂ ਹੋਏ ਉਹ ਤੁਹਾਨੂੰ ਮੈਂ ਬਹੁਤ ਹੀ ਜ਼ਿਆਦਾ ਡਿਟੇਲ 'ਚ ਦੱਸਤੀ। ਹੁਣ ਕਿਤੋਂ ਵੀ ਤੁਹਾਨੂੰ MCQs ਬਣਦੇ ਜੇ ਤੁਸੀਂ ਵੀਡੀਓ ਪੂਰੇ ਜਿਹੜਾ ਹੈਗਾ ਧਿਆਨ ਦੇ ਨਾਲ ਦੇਖੋਗੇ ਤਾਂ ਤੁਸੀਂ ਉਹਨੂੰ ਕਦੇ ਵੀ ਗਲਤ ਨਹੀਂ ਕਰੋਗੇ। ਠੀਕ ਹੈ ਜੀ। ਬਾਕੀ ਜੇ ਦੁਬਾਰਾ ਵੀਡੀਓ ਦੇਖਣ ਦੀ ਲੋੜ ਪਈ ਤਾਂ ਤੁਸੀਂ ਉਹਨੂੰ ਇੱਕ ਵਾਰੀ ਰਿਪੀਟ ਕਰ ਲਿਓ ਅਤੇ ਨੋਟ ਡਾਊਨ ਕਰ ਲਿਓ। ਅਤੇ ਇਹ ਟੋਪਿਕ ਤੁਸੀਂ ਬਿਲਕੁਲ ਵੀ ਨਹੀਂ ਛੱਡਣਾ, ਇਹਨੂੰ ਵੱਧ ਤੋਂ ਵੱਧ ਪੜ੍ਹੋ ਅਤੇ ਬਾਕੀਆਂ ਨਾਲ ਵੀ ਸ਼ੇਅਰ ਕਰੋ, ਕਿਉਂਕਿ ਇਹਦੇ ਵਿੱਚ ਕੁਐਸਚਨ ਜਿਹੜੇ ਹੈਗੇ ਆਲਮੋਸਟ ਤੁਹਾਨੂੰ ਆਉਣ ਦੀ ਪੂਰੀ ਉਮੀਦ ਆ। ਬਾਕੀ ਹੋਪ ਹੈ ਕਿ ਤੁਸੀਂ ਧਿਆਨ ਨਾਲ ਪੜ੍ਹਿਆ ਹੋਊਗਾ ਅਤੇ ਕਿੱਦਾਂ ਦਾ ਲੱਗਿਆ ਕੰਟੈਂਟ। ਠੀਕ ਹੈ ਜੀ। ਸਮਝੇ ਤੁਸੀਂ, ਸਮਝਾਉਣ ਦਾ ਤਰੀਕਾ ਤੁਹਾਨੂੰ ਕਿੱਦਾਂ ਦਾ ਲੱਗਿਆ, ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਵੀਡੀਓ ਨੂੰ ਲਾਈਕ, ਸ਼ੇਅਰ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਬਾਕੀ ਹਰੇਕ ਟੌਪਿਕ ਨਾਲ ਰਿਲੇਟਡ ਜਿੰਨੇ ਵੀ ਕੁਐਸਚਨ ਕਰਵਾਏ ਜਾਂਦੇ ਨੇ, ਦੇਖੋ ਹਰੇਕ ਟੌਪਿਕ ਜਿੰਨੇ ਵੀ ਟੌਪਿਕ ਅਪਲੋਡ ਹੋਏ ਨੇ ਚੈਨਲ ਦੇ ਉੱਤੇ, ਇੱਦਾਂ ਹੀ ਹਰੇਕ ਟੌਪਿਕ ਨਾਲ ਰਿਲੇਟਡ ਤੁਹਾਨੂੰ ਕੁਐਸਚਨ ਕਰਵਾਏ ਗਏ ਨੇ ਕਿ ਉਹ ਟੌਪਿਕ ਨਾਲ ਰਿਲੇਟਡ ਕਿਤੋਂ ਵੀ ਤੁਹਾਨੂੰ ਕੁਐਸਚਨ ਆ ਜਾਏ ਤੁਸੀਂ ਉਹਨੂੰ ਗਲਤ ਨਹੀਂ ਕਰੋਗੇ। ਬਾਕੀ ਮਿਕਸ ਕੁਐਸਚਨ ਦੀ MCQ ਸੀਰੀਜ਼ ਆਪਣੀ ਚੱਲ ਹੀ ਰਹੀ ਆ, ਉਹਨੂੰ ਵੀ ਦੇਖੋ। ਤਾਂ ਪੰਜਾਬ GK ਮੈਂ ਤੁਹਾਨੂੰ ਸ਼ੋਰਟਲੀ ਕਹਿ ਸਕਦੀ ਹਾਂ, ਜੇਕਰ ਤੁਸੀਂ ਪੰਜਾਬ GK ਦੀ ਤਿਆਰੀ ਆਪਣੇ ਚੈਨਲ ਤੋਂ ਕਰ ਰਹੇ ਹੋ ਤਾਂ ਤੁਸੀਂ ਪੰਜਾਬ GK ਦਾ ਕੋਈ ਵੀ ਕੁਐਸਚਨ ਗਲਤ ਨਹੀਂ ਕਰੋਗੇ। ਤੁਹਾਨੂੰ ਸਾਰੀ ਇੱਕ ਚੀਜ਼ ਜੋ ਵੀ ਜਿੰਨੇ ਪੇਪਰ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੁਹਾਨੂੰ ਆਪਾਂ ਪੂਰੀ ਕਵਰ ਕਰਵਾ ਦਾਂਗੇ। ਅਤੇ ਕੰਟੀਨਿਊ ਕਰਦੇ ਰਹੋ। ਅਤੇ ਬਾਕੀ ਵੀ ਇਸ ਤੋਂ ਇਲਾਵਾ ਆਪਣੀ ਇੰਗਲਿਸ਼ ਦੀਆਂ, ਪੋਲ ਸਾਇੰਸ ਦੀਆਂ ਅਤੇ ਪੰਜਾਬੀ ਵਿਆਕਰਨ ਨਾਲ ਰਿਲੇਟਡ ਵੀਡੀਓਜ਼ ਆਪਾਂ ਅਪਲੋਡ ਕਰਦੇ ਰਹਿੰਦੇ ਹਾਂ। ਤਾਂ ਹਰੇਕ ਚੀਜ਼ ਨੂੰ ਧਿਆਨ ਨਾਲ ਪੜ੍ਹਿਆ ਕਰੋ। ਠੀਕ ਹੈ ਜੀ। ਪੜ੍ਹਾਉਣਾ ਕੰਮ ਹੈ ਸਾਡਾ ਅਤੇ ਪੜ੍ਹਨਾ ਹੈਗਾ ਤੁਹਾਡਾ। ਧਿਆਨ ਨਾਲ ਪੜ੍ਹਨਾ ਨਹੀਂ, ਪੜ੍ਹ ਤਾਂ ਚਲੋ ਆਪਾਂ ਲੈਂਦੇ ਹਾਂ, ਪੜ੍ਹਨ ਦੇ ਬਾਅਦ ਵੀ ਆਪਾਂ ਗਲਤੀਆਂ ਕਰਦੇ ਹਾਂ। ਉਹਦਾ ਮੇਨ ਮਕਸਦ ਕੀ, ਉਹਦੇ ਪਿੱਛੇ ਮੇਨ ਵਜ੍ਹਾ ਕੀ ਹੁੰਦੀ ਆ। ਠੀਕ ਹੈ ਜੀ। ਉਹਦੇ ਪਿੱਛੇ ਵਜ੍ਹਾ ਇਹ ਹੁੰਦੀ ਹੈ ਕਿ ਆਪਾਂ ਧਿਆਨ ਨਾਲ ਨਹੀਂ ਪੜ੍ਹਦੇ, ਇਸ ਲਈ ਧਿਆਨ ਨਾਲ ਪੜ੍ਹਿਆ ਕਰੋ। ਬਾਕੀ ਤਿਆਰੀ ਕਰਦੇ ਰਹੋ। ਥੈਂਕ ਯੂ, ਥੈਂਕਸ ਫॉर ਵਾਚਿੰਗ। ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਓ। ਥੈਂਕ ਯੂ।